ਸੋ ਇਸ ਵਕਤ ਸੰਗਤ ਜੀ ਆਪਾਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਪੰਜੋਖਰਾ ਸਾਹਿਬ ਦੀ ਪਾਵਨ ਪਿੱਤਰ ਧਰਤੀ ਤੇ ਖੜੇ ਹਾਂ, ਜਿੱਥੇ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਛੱਜੂ ਚੀਵਰ ਦੇ ਉੱਤੇ ਐਸੀ ਬਖਸ਼ਿਸ਼ ਕੀਤੀ, ਜਿੱਥੇ ਲਾਲ ਚੰਦ ਪੰਡਤ ਦਾ ਹੰਕਾਰ ਤੋੜਿਆ, ਉੱਥੇ ਆਪਣੀ ਮਿਹਰ ਬਖਸ਼ਿਸ਼ ਦੀ ਐਸੀ ਰਹਿਮਤ ਵਰਸਾਈ ਕਿ ਜਿਹੜਾ ਬੋਲ ਵੀ ਨਹੀਂ ਸੀ ਸਕਦਾ, ਸੁਣ ਨਹੀਂ ਸੀ ਸਕਦਾ, ਉਸ ਦੇ ਪਾਸੋਂ ਪਵਿੱਤਰ ਗੀਤਾ ਦੇ ਅਰਥ ਕਰਵਾ ਕਰਕੇ ਤੇ ਸਾਰਿਆਂ ਨੂੰ ਜਿੱਥੇ ਚਕਿਤ ਕੀਤਾ, ਉੱਥੇ ਹੀ ਵਿਦਵਤਾ ਆਪਣੇ ਗੁਰਸਿੱਖਾਂ ਦੇ ਵਿੱਚ ਹੋਰ ਪਰਪੱਕ ਕਰ ਦਿੱਤੀ। ਸੋ ਅੱਜ ਇਸ ਪਾਵਨ ਪਿੱਤਰ ਇਤਿਹਾਸਕ ਧਰਤੀ ਦੇ ਉੱਤੇ ਜੋ ਸੇਵਾਵਾਂ ਕਾਰ ਸੇਵਾ ਤਰਨਤਾਰਨ ਸਾਹਿਬ ਵਾਲੇ ਬਾਬਾ ਜਗਤਾਰ ਸਿੰਘ ਜੀ ਉਹਨਾਂ ਦੇ ਜਥੇ ਵੱਲੋਂ ਜੋ ਹੈ ਲੰਗਰ ਹਾਲ ਦੀ ਸੇਵਾ ਜਿੱਥੇ ਮੁਕੰਮਲ ਹੋਈ ਹੈ, ਉਹ ਸਮਰਪਿਤ ਹੋਣੀ ਹੈ। ਉਹਦੇ ਨਾਲ ਹੀ ਨਾਲ ਸਰੋਵਰ ਜੋ ਕਿ ਇਤਿਹਾਸਕ ਸਰੋਵਰ ਸਾਹਿਬ ਹੈ, ਉਸ ਦੀ ਸੇਵਾ, ਉਸ ਦੀਆਂ ਪੌੜੀਆਂ ਨੂੰ ਹੋਰ ਉੱਚੀਆਂ ਕਰਨ ਦੀ ਅਤੇ ਜੋ ਵਰਾਂਡੇ ਨੇ ਉਹਨਾਂ ਨੂੰ ਹੋਰ ਵਧੀਆ ਢੰਗ ਦੇ ਨਾਲ ਤਿਆਰ ਕਰਨ ਵਾਸਤੇ ਸੇਵਾਵਾਂ ਦੀ ਆਰੰਭਤਾ ਹੋਣ ਜਾ ਰਹੀ ਹੈ। ਸੋ ਅੱਜ ਇਸ ਪਿੱਤਰ ਅਸਥਾਨ ਦੇ ਉੱਤੇ ਇਸ ਸਾਰੀ ਸੇਵਾ ਦੇ ਨਾਲ ਆਪ ਸੰਗਤਾਂ ਨੂੰ ਜੋੜਨਾ ਕਰਨ ਜਾ ਰਹੇ ਹਾਂ। ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सुख वसिया बाहर सुख पाया,
सुख बसेया बाहर सुख पाया कहो नानक गुर मंत्र दृढ़ा कहो नानक गुर मंत्र दृढ़ा राखाए हमारा स्वामी राखाए हमारा स्वामी सगले घटा ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ। ਬੋਲੋ ਜੇ ਵਾਹਿਗੁਰੂ ਇੱਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੇ। ਦਸਵੇਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਇਤ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜੇ ਸੋ ਡਿਠੇ ਸਭ ਦੁਖ ਜਾਏ। ਏਕ ਬਹਾਦਰ ਸਮਰਿਆ ਘਰ ਨਾਉ ਨਿਦ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀ ਦਰਦ ਅੰਦਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੇ ਮੁਕਤਿਆਂ ਹਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਜਲਾਈ ਤੇ ਗਵਾਹੀ ਦੇਖ ਕੇ ਅਣਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕੇ ਖਾਲਸਾ ਦੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ ਕਟਾਏ ਖੋਪਰੀਆਂ ਲੁਹਾਈਆਂ ਚ ਰੱਖੀਆਂ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਏ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੇ ਬੋਲੋ ਜੀ। ਪੰਜਾਂ ਤਖਤਾਂ ਸਰਬਤ ਗੁਰ ਧਾਮਾਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮ ਹੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਸ਼ੀਆ ਰਿਆਇਤ ਦੇਗ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੇ। ਸਿੱਖਾਂ ਨਉ ਸਿੱਖੀ ਦਾਨ ਕੇ ਸੁਦਾਨ ਰਹਿਤ ਦਾਨ ਬਬੇਗ ਦਾਨ ਵੇਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨੀਏ ਸਨਾਨ। ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਾਲੋ ਧਰਮ ਕਾ ਜੈਕਾਰ ਬੋਲੋ ਜੇ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਦ ਰੱਖਾ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ। ਖੁੱਲੇ ਦਰਸ਼ਨ ਦੀਦਾਰ ਸੇਵਾ ਸੁਮਹਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ।
हे ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ। ਬਾਲਾ ਪ੍ਰੀਤਮ ਜੀਓ ਆਪ ਜੀਆਂ ਦੇ ਚਰਨ ਸ਼ੁਭ ਪ੍ਰਾਪਤ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਜੀ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਦਰੋਂ ਘਰੋਂ ਵਰਸਾਏ ਸੰਤ ਬਾਬਾ ਜਗਤਾਰ ਸਿੰਘ ਜੀ, ਬਾਬਾ ਗੁਰਮੀਤ ਸਿੰਘ ਜੀ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਪਾਤਸ਼ਾਹ ਜੀਓ ਆਪ ਜੀਆਂ ਦੇ ਪਾਵਨ ਅਸਥਾਨਾਂ ਤੇ ਲੰਗਰ ਹਾਲ ਰਸੋਈ ਘਰ ਤਿਆਰ ਕੀਤੇ ਗਏ। ਪਾਤਸ਼ਾਹ ਆਪ ਜੀ ਨੇ ਰਹਿਮਤਾਂ ਕੀਤੀਆਂ, ਬਖਸ਼ਿਸ਼ਾਂ ਕੀਤੀਆਂ, ਨਿਰਵਿਘਨਤਾ ਸਹਿਤ ਕਾਰਜ ਰਾਸ ਕੀਤੇ ਹਨ ਅਤੇ ਪਾਤਸ਼ਾਹ ਜੀ ਸਰੋਵਰ ਅਤੇ ਸਰੋਵਰ ਦੇ ਬਰਾਂਡੇ ਦੀ ਸੇਵਾ ਆਰੰਭ ਹੋਣੀ ਹੈ। ਕਿਰਪਾ ਕਰਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੂੰ ਸੁਮਤ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਕੇ ਆਪਣੇ ਦਰ ਘਰ ਦੀ ਸੇਵਾ ਲੈਣਾ। ਦੇ ਅਰੋਗਤਾ ਦੀ ਦਾਤ ਸੇਵਾ ਸਿਮਰਨ ਪੈ ਭਾਵਨੀ ਚਰਨਾਂ ਦਾ ਪਿਆਰ ਚੜ੍ਹਦੀਆਂ ਕਲਾਂ ਦੀ ਬਖਸ਼ਿਸ਼ ਕਰਨਾ। ਮਹਾਂਪੁਰਸ਼ਾਂ ਵੱਲੋਂ ਪਾਤਸ਼ਾਹ ਜੀਓ ਆਪ ਜੀਆਂ ਨੂੰ ਸੁੰਦਰ ਪੇਸ਼ਾਕੇ ਭੇਟ ਕੀਤੇ ਨੇ। ਆਪ ਜੀ ਨੂੰ ਸ਼ੋਭਨੀਕ ਹਨ ਸੇਵਕਾਂ ਦੇ ਲੋਕ ਪਰਲੋਕ ਪੜਦੇ ਗਜਨੇ। ਹਰ ਪ੍ਰਕਾਰ ਸਹਾਇਤਾ ਬਖਸ਼ਿਸ਼ ਕਰਨਾ। ਬਖਸ਼ੀਆਂ ਹੋਈਆਂ ਦਾਤਾਂ ਵਿੱਚ ਪੰਚਾ ਅੰਮ੍ਰਿਤ ਕੜਾ ਪ੍ਰੀਸ਼ਦ ਕੀ ਦੇ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ। ਪਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਅਨੇਕਾਂ ਗਲਤੀਆਂ ਭੁੱਲਾਂ ਖਿਮਾ ਕਰਨਾ ਗਾ ਲਈ ਸਮਤ ਬਖਸ਼ਿਸ਼ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਚੜ੍ਹਦੀਆਂ ਕਲਾਂ ਦੇ ਹੁਕਮ ਬਖਸ਼ਿਸ਼ ਕਰਕੇ ਅਗਲੀ ਸੇਵਾ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਆਪ ਸਹਾਈ ਹੋਵੋ, ਬੇਨਤੀ ਪ੍ਰਵਾਨ ਕਰੋ। ਸੰਗਤਾਂ ਵਿੱਚ ਆਪ ਪ੍ਰੇਰਨਾ ਸਰੋਤ ਹੋ ਕਰਕੇ ਵਰਤਣਾ। ਸਤਿਗੁਰੂ ਜੀ ਬੇਨਤੀ ਪ੍ਰਵਾਨ ਕਰੋ। ਸੁਖ ਹੋਵੇ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਬਦ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਇਆ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭੂ ਕੋ ਮਿਲਬੋ ਚਾਹੈ, ਰਾਜ ਕਰੇਗਾ ਖਾਲਸਾ। ਵਾਰ ਹੋਏ ਸਭ ਮਿਲहेंगे, ਵਾਰ ਹੋਏ ਸਭ ਮਿਲहेंगे। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੁਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਸੋ ਕਹੋ ਟਲ ਗੁਰੂ ਸੇਵੀਐ, ਅਹਨ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੇ ਸਿਬਤ ਗੁਸਮਦੀ, ਨੂਰੀ ਹਰਸੋਂ ਗੁਰਸੋਂ ਛਟੀਐ। ਤੋਦ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਘਟੀਐ। ਸਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ। ਜਿਸ ਪਾਸ ਬੈਠਿਆ ਸੋਈਐ, ਸਭਨਾ ਦਾ ਵੇਸਾਹੋ। ਵਾਹਿਗੁਰੂ ਜੀ ਸ਼ਲੋਕ ਮਹਲਾ ਤੀਜਾ। ਏ ਮਨ ਹਰ ਜੀਤਿਆਏ ਤੂੰ, ਇੱਕ ਮਨ ਇੱਕ ਚਿਤ ਪਾਏ। ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਏ ਮਨ ਹਰ ਜੀਤਿਆਏ ਤੂੰ, ਇੱਕ ਮਨ ਇੱਕ ਚਿਤ ਪਾਏ। ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਹਉ ਹਰ ਕੈ ਸਦ ਬਲਿਹਾਰਨੈ, ਜਿਤ ਸੇਵਿਆ ਸੁਖ ਪਾਏ। ਨਾਨਕ ਗੁਰਮੁਖ ਮਿਲ ਰਹੈ, ਹਉ ਮੈਂ ਸ਼ਬਦ ਜਲਾਏ। ਮਹਲਾ ਤੀਜਾ। ਆਪੇ ਸੇਵਾ ਲਾਈ ਅਨਾ,
आपे बख्श करे। सबना का माँ प्यो आप है, आपे सर करे। नानक नाम ते आईयन तिन निज घर वासो है। जुग जुग शोभा होए पौड़ी, तू करण कारण समरथ है करते। मैं तुझ बिन अवर न कोई, आपे सृष्ट सिरजिया आपे गुण गोई। सब इको शब्द वरतदा, जो करे सो होई। वडियाई गुरमुख दे प्रभ, हर पावै सोई। गुरमुख नानक आराध्या, सब आखो धन 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 गुर सोई। सब इको शब्द वरतदा, जो करे सो होई। वडियाई गुरमुख दे प्रभ, हर पावै सोई। गुरमुख नानक आराध्या, सब आखो धन 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 गुर सोई सोधा। वाहिगुरू जी का खालसा, वाहिगुरू। ਇਤਿਹਾਸਕ ਗੁਰ ਅਸਥਾਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਦੀ ਪਵਿੱਤਰ ਯਾਦਗਾਰ ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ, ਉਸ ਪਾਵਨ ਪਵਿੱਤਰ ਧਰਤੀ ਤੇ ਸੰਗਤ ਜੀ ਖੜੇ ਆ, ਜਿੱਥੇ ਸੱਚੇ ਪਾਤਸ਼ਾਹ ਜੀ ਨੇ ਆਪਣੀ ਮਿਹਰ ਰੂਪੀ ਛੜੀ ਦੇ ਨਾਲ ਐਸੀ ਰਹਿਮਤ ਵਰਤਾ ਦਿੱਤੀ ਕਿ ਜਿੱਥੇ ਵੱਡੇ ਵੱਡੇ ਗਿਆਨੀਆਂ ਦਾ ਹੰਕਾਰ ਸਤਿਗੁਰਾਂ ਨੇ ਪਸਤ ਕੀਤਾ, ਉੱਥੇ ਹੀ ਐਸੀ ਮਿਹਰ ਬਖਸ਼ਿਸ਼ ਕਰ ਦਿੱਤੀ ਕਿ ਆਪਣੇ ਗੁਰਸਿੱਖ ਪਿਆਰਿਆਂ ਨੂੰ ਹੀ ਵਿਦਵਤਾ ਬਖਸ਼ਿਸ਼ ਕਰ ਦਿੱਤੀ। ਸੋ ਇਸ ਵਕਤ ਅਸੀਂ ਇੱਥੇ ਪਹੁੰਚੇ ਹੋਏ ਹਾਂ। ਅੱਜ ਬੜਾ ਹੀ ਇੱਕ ਮਹਾਨ ਦਿਹਾੜਾ ਇਸ ਸਥਾਨ ਦੇ ਵਾਸਤੇ, ਕਿਉਂਕਿ ਇੱਥੇ ਬਹੁਤ ਸੁੰਦਰ ਜੋ ਗੁਰੂ ਕੇ ਲੰਗਰ ਦਾ ਅੱਜ ਤਿਆਰੀ ਹੋਈ ਹੈ। ਕਾਰ ਸੇਵਾ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਸਾਹਿਬ ਵਾਲੇ ਵੱਲੋਂ, ਸੋ ਸਾਰੇ ਮਹਾਂਪੁਰਖ ਆਪਾਂ ਦਰਸ਼ਨ ਕਰ ਰਹੇ ਹਾਂ। ਬਾਬਾ ਗੁਰਮੀਤ ਸਿੰਘ ਜੀ, ਬਾਬਾ ਕਿਰਪਾਲ ਸਿੰਘ ਜੀ, ਹੋਰ ਸਾਰੇ ਮਹਾਂਪੁਰਖ, ਬਾਬਾ ਜੋਗਾ ਸਿੰਘ ਜੀ, ਮੈਨੇਜਰ ਸਾਹਿਬ ਇੱਥੋਂ ਦੇ। ਸੋ ਸਾਰੀਆਂ ਗੁਰੂ ਕੀਆਂ ਸੰਗਤਾਂ ਇਸ ਵਕਤ ਖੜੀਆਂ ਨੇ। ਸੋ ਸਭ ਤੋਂ ਪਹਿਲਾਂ ਆਪਾਂ ਮੈਨੇਜਰ ਸਾਹਿਬ ਦੇ ਪਾਸੋਂ ਕੁਝ ਵਚਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ, ਬਾਬਾ ਗੁਰਮੀਤ ਸਿੰਘ ਜੀ ਸ਼ਾਹਬਾਦ ਅਤੇ ਬਾਬਾ ਕਿਰਪਾਲ ਸਿੰਘ ਜੀ, ਜਿਨ੍ਹਾਂ ਨੇ ਪਿਛਲੇ ਲਗਭਗ 2 ਸਾਲ ਤੋਂ ਸੰਗਤਾਂ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸਾਹਿਬ ਪਾਤਸ਼ਾਹੀ 8ਵੀਂ ਪੰਜੋਖਰਾ ਸਾਹਿਬ ਵਿਖੇ ਲੰਗਰ ਹਾਲ ਅਤੇ ਇਹਦੇ ਨਾਲ ਸੰਬੰਧਿਤ ਰਸੋਈ ਘਰ ਦੀ ਸੇਵਾ ਸ਼ੁਰੂ ਕੀਤੀ ਸੀਗੀ, ਜੋ ਹੁਣ ਮੁਕੰਮਲ ਹੋ ਚੁੱਕੀ ਹੈ। ਅੱਜ ਇਹ ਲੰਗਰ ਹਾਲ ਦਾ ਸਥਾਨ ਅਤੇ ਰਸੋਈ ਘਰ ਜੋ ਸੰਗਤਾਂ ਦੇ ਸਪੁਰਦ ਕੀਤਾ ਜਾਣਾ ਹੈ। ਇਸ ਸਬੰਧ ਵਿੱਚ ਸਤਿਕਾਰਯੋਗ ਪ੍ਰਧਾਨ ਸਾਹਿਬ ਬੀਬੀ ਜਗੀਰ ਕੌਰ ਜੀ ਜੋ ਪੁੱਜ ਰਹੇ ਨੇ, ਕੁਝ ਸਮੇਂ ਬਾਅਦ ਉਹ ਇਸ ਸਥਾਨ 'ਤੇ ਇਸ ਰਸਮਾਂ ਪੂਰੀਆਂ ਕਰਨਗੇ। ਮੈਂ ਆਪਣੇ ਵੱਲੋਂ, ਆਪਣੇ ਪੂਰੇ ਸਟਾਫ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸੰਪਰਦਾਵਾਂ ਦਾ, ਬਾਬਾ ਜਗਤਾਰ ਸਿੰਘ ਜੀ ਅਤੇ ਉਹਨਾਂ ਨਾਲ ਸਾਰੇ ਹੀ ਬਾਬਾ ਜੀ ਸਾਹਿਬਾਨ ਦਾ ਆਪਣੇ ਦਿਲੋਂ, ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਆਸ ਕਰਦਾ ਹਾਂ ਵੀ ਜੋ ਸੇਵਾਵਾਂ ਅੱਗੋਂ ਮਤਾ ਕਰਕੇ ਅੱਜ ਨਵੇਂ ਸਿਰਿਓਂ ਵੀ ਆਰੰਭ ਕੀਤੀਆਂ ਜਾਣੀਆਂ, ਕਿਉਂਕਿ ਸਰੋਵਰ ਸਾਹਿਬ ਦਾ ਬਰਾਂਡਾ ਅਤੇ ਪੌੜੀਆਂ ਬਿਰਧ ਹੋ ਚੁੱਕੇ ਸਨ, ਉਹਨਾਂ ਦੀ ਸੇਵਾ ਵੀ ਬਾਬਾ ਜੀ ਵੱਲੋਂ ਅੱਜ ਆਰੰਭ ਕੀਤੀ ਜਾਣੀ ਹੈ। ਮੈਂ ਆਸ ਕਰਦਾ ਹਾਂ ਕਿ ਸੰਗਤਾਂ ਦੀਆਂ ਸਹੂਲਤਾਂ ਲਈ ਇਹ ਸੰਪਰਦਾਵਾਂ ਵੱਧ ਤੋਂ ਵੱਧ ਯੋਗਦਾਨ ਪਾ ਕੇ ਸੇਵਾਵਾਂ ਕਰਕੇ ਇਹ ਸੰਗਤਾਂ ਦੀਆਂ ਸਹੂਲਤਾਂ ਪੂਰੀਆਂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੋਗਾ ਸਿੰਘ ਜੀ ਸਾਡੇ ਨਾਲ ਨੇ। ਬਾਬਾ ਜੀ, ਤੁਸੀਂ ਵੀ ਕੁਝ ਬਚਨ ਸੰਗਤਾਂ ਨਾਲ ਸਾਂਝਾ ਕਰਦੇ ਜੀ ਅੱਜ ਦੇ ਮੌਕੇ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਹੁਣ ਮੈਨੇਜਰ ਸਾਹਿਬ ਨੇ ਦੱਸਿਆ ਹੈ, ਇਹ ਸੇਵਕ ਕੋ ਸੇਵਾ ਬਣਾਈ, ਹੁਕਮ ਬੂਝ ਪਰਮ ਪਦ ਪਾਈ। ਸੇਵਾਦਾਰਾਂ ਨੇ ਤਾਂ ਸੇਵਾ ਕਰਨੀ ਹੈ। ਜਿਸ ਤਰ੍ਹਾਂ ਗੁਰੂ ਸਾਹਿਬ ਕਿਰਪਾ ਕਰਕੇ, ਤਰਸ ਕਰਕੇ ਮਹਾਂਪੁਰਸ਼ਾਂ ਨੂੰ ਇਹ ਸੇਵਾ ਦਵਾ ਦਿੰਦਾ ਹੈ, ਅਤੇ ਚਲੋ ਹੋਰ ਵੀ ਸੰਗਤਾਂ ਦੇ ਕਈਆਂ ਦੇ ਹੱਥ ਲੱਗ ਜਾਂਦੇ ਤੇ ਭਲਾ ਹੋ ਜਾਂਦਾ ਹੈ। ਅਸੀਂ ਬੜੇ ਧੰਨਵਾਦੀ ਹਾਂ, ਸਟਾਫ ਵੱਲੋਂ ਵੀ, ਸਾਰੇ ਸ਼੍ਰੋਮਣੀ ਕਮੇਟੀ ਵੱਲੋਂ ਵੀ,
ਕਿ ਇਸ ਇਲਾਕੇ ਦੀਆਂ ਸੰਗਤਾਂ ਦਾ ਵੀ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਇੰਨਾ ਵੱਡਾ ਮੋਰਚਾ ਨਾਲ ਸਾਡੇ ਸਹਿਯੋਗ ਦੇ ਕੇ ਕਰਾਇਆ। ਵਾਹਿਗੁਰੂ ਜੀ ਕਾ ਖਾਲਸਾ ਤੋ ਬਾਬਾ ਕਿਰਪਾਲ ਸਿੰਘ ਜੀ ਪਹਿਲਾਂ ਤੁਸੀਂ ਵੀ ਦੋ ਬਚਨ ਸਾਂਝੇ ਕਰ ਦਿਓ। ਹਾਂਜੀ ਬਾਬਾ ਜੀ, ਬਾਬਾ ਗੁਰਮੀਤ ਸਿੰਘ ਜੀ ਸਾਡੇ ਨਾਲ, ਕਿਉਂਕਿ ਸਾਰੀ ਕਾਰ ਸੇਵਾ ਇਸ ਇਲਾਕੇ ਦੀ ਬਾਬਾ ਜੀ ਦੇਖਦੇ ਨੇ, ਸੋ ਕੋਈ ਬਚਨ ਸੰਗਤਾਂ ਨਾਲ ਸਾਂਝੇ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਧੰਨ ਧੰਨ ਯੋਗ ਹਾਂ ਕਿ ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਕਿ ਆਪਣੇ ਚਰਨ ਸੁਸ਼ੋਭਿਤ ਮੁਬਾਰਕ ਅਸਥਾਨ 'ਤੇ ਕਿ ਧੰਨ ਧੰਨ ਬਾਬਾ ਜਗਤਾਰ ਸਿੰਘ ਜੀ ਸੰਪਰਦਾ ਵੱਲੋਂ ਕਿ ਜੋ ਸੇਵਾ ਸੌਂਪੀ ਹੈ, ਕਿ ਜੋ ਕਿ ਬਹੁਤ ਹੀ ਸੇਵਾਵਾਂ ਦੀ ਲੋੜ ਹੈ। ਥੋੜ੍ਹੇ ਸਮੇਂ ਦੇ ਵਿੱਚ ਹੀ ਕਿ ਪਾਤਸ਼ਾਹ ਨੇ ਕਿ ਇੱਥੋਂ ਦੀਆਂ ਸੇਵਾਵਾਂ ਵਿੱਚ ਕਿ ਸਾਥੋਂ ਪ੍ਰੇਰਨਾ ਬਖਸ਼ਿਸ਼ ਕਿਰਪਾ ਕੀਤੀ ਹੈ ਕਿ ਥੋੜ੍ਹੇ ਸਮੇਂ ਦੇ ਵਿੱਚ ਇੱਥੇ ਮਿੱਟੀ ਉੱਡਦੀ ਸੀ, ਜੋ ਕਿ ਜੋੜੇ ਘਰ ਵੀ ਨਹੀਂ ਸੀ, ਹੋਰ ਵੀ ਸੇਵਾਵਾਂ ਜਿਹੜੀਆਂ ਨੇ ਨਹੀਂ ਸੀ, ਜਿਹਦੇ ਵਿੱਚ ਕਿ ਸਰਾਵਾਂ ਵੀ ਨਹੀਂ ਸੀ, ਕਿ ਥੋੜ੍ਹੇ ਸਮੇਂ ਦੇ ਵਿੱਚ ਹੀ ਬਾਬਾ ਜਗਤਾਰ ਸਿੰਘ ਜੀ ਨੇ ਕਿ ਉਹਨਾਂ ਦੇ ਉਦਮ ਸਦਕਾ, ਪ੍ਰੇਰਨਾ ਸਦਕਾ ਕਿ ਸੇਵਾਵਾਂ ਸ਼ੁਰੂ ਹੋਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਚਾਰ ਦੇ ਨਾਲ ਕਿ ਜੇ ਕਿ ਦੇਖਿਆ ਜਾਏ ਪਹਿਲੇ ਸਰਾਂ, ਜੋੜੇ ਘਰ, ਦਰਬਾਰ ਸਾਹਿਬ ਦੀਆਂ ਪਰਿਕਰਮਾ, ਭੋਰਾ ਜਿਹੜਾ ਸੀ ਬਹੁਤ ਛੋਟਾ ਸੀ ਕਿ ਭੋਰੇ ਨੂੰ ਵੱਡਾ ਖੁੱਲ੍ਹਾ ਕੀਤਾ। ਉਸ ਤੋਂ ਬਾਅਦ ਕਿ ਦਫ਼ਤਰ ਬਣਾਇਆ, ਦਫ਼ਤਰ ਦੇ ਨਾਲ ਫਿਰ ਸੜਕਾਂ ਜਿਹੜੀਆਂ ਬੜੀਆਂ ਅਧੂਰੀਆਂ ਸੀ ਕਿ ਸੜਕਾਂ ਦਾ ਕੰਮ ਕੀਤਾ, ਇੱਕ ਪਾਰਕਿੰਗ ਬਣਾਈ। ਕਿ ਇਸ ਤੋਂ ਬਾਅਦ ਕਿ ਕਾਫੀ ਟੀਨਾਂ ਅਤੇ ਸ਼ੈੱਡ ਦੇ ਵਿੱਚ ਲੰਗਰ ਛਕਦੇ ਸੀ, ਜੋ ਕਿ ਸੰਗਤਾਂ ਦੇ ਉਦਮ ਦੇ ਨਾਲ ਕਿ ਇਸ ਲੰਗਰ ਹਾਲ ਦੀ ਇਮਾਰਤ ਜਿਹੜੀ ਹੈ ਉਹਦਾ ਉਦਮ ਕੀਤਾ। ਅਤੇ ਅੱਜ ਇਹ ਇਮਾਰਤ ਜਿਹੜੀ ਦੇਖ ਰਹੇ ਹਾਂ ਆਪਾਂ ਕਿ ਸੰਗਤਾਂ ਦਾ ਐਤਵਾਰ ਦੇ ਐਤਵਾਰ ਇੰਨਾ ਜੋੜ ਮੇਲਾ ਹੁੰਦਾ ਕਿ ਕਿਸੇ ਥਾਂ 'ਤੇ ਮੇਲਾ ਵੀ ਜਿਹੜਾ ਇੰਨਾ ਨਹੀਂ ਭਰਦਾ, ਕਿ ਇੰਨੀਆਂ ਸੰਗਤਾਂ ਦਾ ਉਦਮ ਹੁੰਦਾ, ਨਮਸਤਕ ਹੋਣ ਵਾਸਤੇ ਆਉਂਦੀਆਂ ਨੇ। ਸੋ ਉਹਨਾਂ ਦੀ ਸੁੱਖ ਸਹੂਲਤ ਵਾਸਤੇ ਕਿ ਲੰਗਰ ਹਾਲ ਦੀ ਇਮਾਰਤ, ਰਸੋਈ ਘਰ, ਕਿ ਉਹ ਸਾਰੀਆਂ ਜਿਹੜੀਆਂ ਨੇ ਕਿ ਜਿਸ ਤਰ੍ਹਾਂ ਲੋੜ ਪੈਂਦੀ ਤਾਂ ਅਸੀਂ ਪੂਰਤੀ ਨਾਲ ਦੇ ਨਾਲ ਸੰਗਤਾਂ ਦੇ ਸਹਿਯੋਗ ਨਾਲ ਕਰ ਰਹੇ ਹਾਂ। ਅੱਗੇ ਵੀ ਜਿਹੜੀਆਂ ਸੇਵਾਵਾਂ ਨੇ ਉਹ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਸਰੋਵਰ ਦੀ ਸੇਵਾ, ਦਰਬਾਰ ਸਾਹਿਬ ਦੇ ਉਤਪਲੇ ਗੁੰਬਦਾਂ ਦੀ ਪਰਿਕਰਮਾ ਦੀ ਬੜੀ ਸੇਵਾ ਕਿ ਉਹ ਵੀ ਅਸੀਂ ਕਰਾਂਗੇ। ਕਿ ਜਿਸ ਤਰ੍ਹਾਂ ਵੀ ਹੋ ਸਕਦਾ ਕਿ ਪਿੱਛੇ ਸ੍ਰੀ ਅਖੰਡ ਪਾਠ ਸਾਹਿਬ ਦੇ ਕਮਰੇ ਨਹੀਂ ਸੀ ਕਿ ਉਹ ਵੀ ਅਸੀਂ ਕਿ ਪਿੱਛੇ ਬਣਾ ਕੇ ਸਾਰੇ ਸੁਸ਼ੋਭਿਤ ਕੀਤੇ ਨੇ। ਸੋ ਸਾਰੀਆਂ ਸੰਗਤਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸਾਰੀ ਸੰਗਤਾਂ ਦਾ, ਬਾਬਾ ਜੀ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ। ਅੱਗੇ ਵੀ ਸੇਵਾਵਾਂ ਇਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬੇਅੰਤ ਸੇਵਾਵਾਂ ਜੋ ਹਨ ਕਾਰ ਸੇਵਾ ਤਰਨ ਤਾਰਨ ਸਾਹਿਬ ਵੱਲੋਂ ਕੀਤੀਆਂ ਜਾਂਦੀਆਂ ਨੇ। ਅੱਜ ਗੁਰਦੁਆਰਾ ਪੰਜੋਖੜਾ ਸਾਹਿਬ, ਜਿੱਥੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਔਰ ਬਖਸ਼ਾਂ ਇੱਥੇ ਜਿੱਥੇ ਸਿੱਖ ਕੌਮ ਨੂੰ ਦਿੱਤੀਆਂ, ਉਸ ਪਵਿੱਤਰ ਸਥਾਨ 'ਤੇ ਅਸੀਂ ਪਹੁੰਚੇ ਹਾਂ। ਜਿਸ ਸਥਾਨ ਦੇ ਉੱਤੇ ਉਹਨਾਂ ਨੇ 5 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੂੰ ਜਦੋਂ ਗੁਰਗੱਦੀ 'ਤੇ ਬਿਠਾਇਆ ਗਿਆ, ਦਿੱਲੀ ਨੂੰ ਜਾਂਦਿਆਂ ਇੱਥੇ ਰੁਕੇ। ਅਤੇ ਮੇਰਾ ਖਿਆਲ ਹੈ ਕਿ ਇਤਿਹਾਸ ਦੁਨੀਆ ਦਾ ਇੱਕ ਨਿਵੇਕਲਾ ਹੀ ਬਣ ਜਾਂਦਾ ਜਦੋਂ ਉਸ ਸਮੇਂ ਦੇ ਵਿੱਚ ਇੱਕ ਗੂੰਗੇ ਕੋਲੋਂ ਗੀਤਾ ਦੇ ਪਾਠ ਕਰਵਾ ਦਿੱਤੇ। ਇਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀਆਂ ਬਖਸ਼ਾਂ ਨੇ, ਕਿਉਂਕਿ ਸਿੱਖੀ ਦੇ ਵਿੱਚ ਜਾਂ ਧਰਮ ਦੇ ਵਿੱਚ ਕੋਈ ਉਮਰਾਂ ਦੇ ਤਕਾਜ਼ੇ ਨਹੀਂ, ਉਹ ਕੋਈ ਸਰੀਰ ਨਹੀਂ ਸੀ, ਉਹ ਇੱਕ ਜੋਤ ਸਨ, ਉਹ ਇੱਕ ਗਿਆਨ ਸਨ, ਉਹ ਪ੍ਰਕਾਸ਼ ਸਨ। ਸੋ ਇਸ ਕਰਕੇ ਗੁਰੂ ਸਾਹਿਬ ਜੀ ਨੇ ਬਹੁਤ ਛੋਟੀ ਅਵਸਥਾ ਵਿੱਚ ਗੁਰਗੱਦੀ 'ਤੇ ਬੈਠ ਕੇ ਸੇਵਾ ਕੀਤੀ। ਦਿੱਲੀ ਨੂੰ ਜਾਂਦੇ ਜਦੋਂ ਇੱਥੇ ਰੁਕੇ ਅਤੇ ਬਹੁਤ ਵੱਡੀਆਂ ਬਖਸ਼ਾਂ ਦੇ ਕੇ ਗਏ। ਸੋ ਉਹਨਾਂ ਦੀ ਪਵਿੱਤਰ ਯਾਦ ਵਿੱਚ ਜਿਹੜਾ ਗੁਰਦੁਆਰਾ ਪੰਜੋਖੜਾ ਸਾਹਿਬ ਬਣਿਆ ਹੋਇਆ, ਲੱਖਾਂ ਸੰਗਤਾਂ ਹਰ ਸਾਲ ਇੱਥੇ ਇਕੱਤਰ ਹੋ ਕੇ ਬਹੁਤ ਵੱਡੇ ਸਮਾਗਮ ਕਰਦੀਆਂ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀਆਂ ਬਖਸ਼ਾਂ ਵੀ ਲੈਂਦੀਆਂ ਅਤੇ ਗੁਰੂ ਪਾਤਸ਼ਾਹ ਸ਼ੁਕਰਾਨਾ ਵੀ ਕਰਦੀਆਂ। ਇਸੇ ਸਥਾਨ ਦੇ ਉੱਤੇ ਕਾਲਜ ਵੀ ਚੱਲ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਥਾਂ ਦੇ ਉੱਤੇ ਆਪਣੇ ਜਿੱਥੇ ਗੁਰਦੁਆਰਾ ਸਾਹਿਬ ਗੁਰਮਤਿ ਦੀ ਸੇਵਾ ਸੰਭਾਲ ਵਾਸਤੇ ਬਣਾਏ ਹੈ, ਗੁਰਮਤਿ ਦੇ ਪ੍ਰਚਾਰ ਪ੍ਰਸਾਰ ਵਾਸਤੇ ਬਣਾਏ ਹੈ, ਉੱਥੇ ਮਨੁੱਖਤਾ ਨੂੰ ਦੁਨਿਆਵੀ ਤੌਰ 'ਤੇ ਉੱਤੇ ਵੀ ਗਿਆਨ ਦੇਣ ਵਾਸਤੇ ਵੱਖ-ਵੱਖ ਸਕੂਲ ਕਾਲਜ ਚਲਾ ਕੇ ਆਪਣੇ ਸਮਾਜ ਨੂੰ ਉੱਚਾ ਚੁੱਕਣ ਵਾਸਤੇ ਵੱਡੀ ਭੂਮਿਕਾ ਨਿਭਾਈ। ਅੱਜ ਕਿਉਂਕਿ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਮੁਕੰਮਲ ਹੋ ਗਈ ਸੀ, ਉਸ ਤੋਂ ਬਾਅਦ ਗੁਰੂ ਕੇ ਲੰਗਰ ਹਾਲ ਸ਼ੁਰੂ ਕੀਤੇ। ਇਸ ਲੰਗਰ ਦੀ ਇਮਾਰਤ ਉੱਤੇ
ਵੱਡਾ ਖਰਚ ਕਰਕੇ ਜਿੱਥੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਨੇ ਆਪਣੀ ਬਹੁਤ ਵੱਡੀ ਸੇਵਾ ਨਿਭਾਈ ਹੈ, ਉਹਦਾ ਅੱਜ ਉਦਘਾਟਨ ਕਰਨ ਵਾਸਤੇ ਉਹਦੀ ਜੋ ਕੰਪਲੀਸ਼ਨ ਹੋਈ ਹੈ ਤੇ ਆਪਣੀ ਸੇਵਾਦਾਰ ਨੂੰ ਸਾਰੀ ਸੰਗਤ ਨੇ ਯਾਦ ਕੀਤਾ। ਮੈਂ ਧੰਨਵਾਦ ਕਰਦੀ ਤੇ ਸਭ ਨੂੰ ਵਧਾਈ ਵੀ ਦਿੰਦੀ ਹਾਂ। ਆਉਣ ਵਾਲੇ ਬਾਕੀ ਜਿਹੜੇ ਕਾਰਜ ਉਹ ਸ਼ੁਰੂ ਕੀਤੇ ਜਾਣੇ। ਸੋ ਮੈਂ ਸਮਝਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੇਂ ਦੇ ਨਾਲ ਜਿੱਥੇ ਵੱਡੀਆਂ ਸੇਵਾਵਾਂ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਦੀਆਂ ਕੀਤੀਆਂ, ਉੱਥੇ ਵੱਖ-ਵੱਖ ਸ਼ਤਾਬਦੀਆਂ ਮਨਾ ਕੇ ਸਿੱਖ ਕੌਮ ਨੂੰ ਗੁਰਮਤਿ ਨਾਲ ਜੋੜਨ ਵਾਸਤੇ ਤੇ ਸਿੱਖ ਇਤਿਹਾਸ ਦੇ ਗੁਰੂ ਇਤਿਹਾਸ ਦੇ ਪ੍ਰਤੀ ਚਾਨਣਾ ਪਾ ਕੇ ਆਪਣੀ ਵੱਡੀ ਜ਼ਿੰਮੇਵਾਰੀ ਨਿਭਾਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 100 ਸਾਲ ਪੂਰਾ ਕਰ ਚੁੱਕੀ ਹੈ। ਇਹਦੀ ਮਿਆਦ ਜਿਹੜੀ ਹੈ 100 ਸਾਲ ਹੋ ਗਈ ਹੈ ਤੇ 100 ਸਾਲ ਦੇ ਵਿੱਚ ਜੋ ਇਹਨਾਂ ਨੇ ਸੇਵਾਵਾਂ ਕੀਤੀਆਂ ਉਹ ਵੀ ਇੱਕ ਇਤਿਹਾਸ ਹੈ ਕਿ ਦੁਨੀਆ ਦੇ ਕੋਨੇ-ਕੋਨੇ ਦੀ ਹਰ ਵਿਅਕਤੀ ਦੀ ਜਿਹੜੀ ਨਜ਼ਰ ਹੈ ਉੱਥੇ ਲੱਗੀ ਹੁੰਦੀ ਹੈ ਕਿ ਇਹਦੇ ਕਾਰਜ ਕੀ ਹੈ, ਇਹਦੀ ਭੂਮਿਕਾ ਕੀ ਹੈ। ਕਿਤੇ ਮਨੁੱਖਤਾ ਤੇ ਭੀੜ ਬਣੀ ਹੈ, ਭਾਵੇਂ ਕਿਸੇ ਸਟੇਟ ਵਿੱਚ, ਭਾਵੇਂ ਕਿਸੇ ਦੇਸ਼ ਵਿੱਚ, ਇੱਕੋ ਇੱਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪ ਅੱਗੇ ਹੋ ਕੇ ਹਰ ਇੱਕ ਦੀ ਦੁੱਖ ਤਕਲੀਫ ਦੇ ਵਿੱਚ ਹਾਜ਼ਰ ਹੁੰਦੀ ਹੈ। ਹੁਣੇ ਤੁਸੀਂ ਦੇਖ ਲਓ, ਪਿੱਛੇ ਕਰੋਨਾ ਦਾ ਕੋਵਿਡ ਦਾ ਸਮਾਂ ਸੀਗਾ, ਜਦੋਂ ਅੱਜ ਵੀ ਭਾਵੇਂ ਚੱਲ ਰਿਹਾ, ਸਾਰੇ ਸਟੇਟਾਂ ਦੇ ਵਿੱਚ ਜਿਹਨੂੰ ਵੀ ਕਿਤੇ ਕੋਈ ਲੰਗਰ ਦੀ ਜ਼ਰੂਰਤ ਹੋਈ ਹੈ ਜਾਂ ਕਿਸੇ ਕਿਸਮ ਦੀ ਕੋਈ ਹੋਰ ਫਰਿਆਦ ਕੀਤੀ ਗਈ ਹੈ, ਉਹਨੂੰ ਪੂਰਾ ਕੀਤਾ ਗਿਆ। ਉਸ ਤੋਂ ਬਾਅਦ ਜੇ ਅੱਜ ਕਿਸਾਨ ਮੋਰਚਾ ਲੱਗਾ, ਕਿਸਾਨੀ ਦੇ ਉੱਤੇ ਭੀੜ ਬਣੀ ਹੈ, ਕਾਲੇ ਕਾਨੂੰਨ ਪਾਸ ਹੋਏ ਹੈ, ਉਹਨੂੰ ਰੋਕਣ ਦੀ ਖਾਤਰ ਜੇ ਅੱਜ ਸਾਰੀ ਲੁਕਾਈ ਕਹਿ ਲਓ, ਸਾਰੇ ਕਿਸਾਨ ਕਹਿ ਲਓ ਬਾਰਡਰਾਂ ਦੇ ਉੱਤੇ ਬੈਠੇ ਹੈ ਤੇ ਉਹਦੇ ਵਿੱਚ ਪੰਥਕ ਤੌਰ ਦੇ ਉੱਤੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਜਿੱਥੇ ਜੁਝਾਰੂ ਵੀਰ ਭੈਣ ਭਰਾ, ਕਿਉਂਕਿ ਉਹ ਕਿਸਾਨੀ ਨਾਲ ਸੰਬੰਧਿਤ ਹੈ, ਉਹਨਾਂ ਦਾ ਕਿੱਤਾ ਹੀ ਕਿਸਾਨੀ ਹੈ ਤੇ ਜੇ ਕਿਸਾਨੀ ਖਤਮ ਹੋ ਜਾਵੇ ਤੇ ਪੰਥ ਦੀ ਇਹ ਜਿਹੜੀ ਜਮਾਤ ਹੈ ਉਹ ਕਮਜ਼ੋਰ ਹੁੰਦੀ। ਸੋ ਇਸ ਕਰਕੇ ਉਹਦੇ ਵਿੱਚ ਵੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਜਿੱਥੇ ਸਾਡੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬੜੀ ਵੱਡੀ ਸੇਵਾ ਵਿੱਚ ਹਿੱਸਾ ਪਾ ਰਹੀ ਹੈ, ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਸਭ ਤੋਂ ਪਹਿਲਾ ਫਰਜ਼ ਸਮਝਿਆ ਸੀ ਕਿ ਜਦੋਂ ਮੈਂ 27 ਤਰੀਕ ਨੂੰ ਅਜੇ ਪ੍ਰਧਾਨਗੀ ਦੀ ਜਾਂ ਮੁੱਖ ਸੇਵਾਦਾਰ ਬਣੀ, 28 ਤਰੀਕ ਨੂੰ ਪਹਿਲੇ ਦਿਨ ਹੀ ਮੈਂ ਇੱਥੇ ਪਹੁੰਚੀ ਕੁਰੂਕਸ਼ੇਤਰ ਦੇ ਵਿੱਚ ਤੇ ਸਾਰੇ ਪ੍ਰਬੰਧ ਕਰਕੇ ਦੂਜੇ ਦਿਨ ਹੀ ਅਸੀਂ ਤੇ ਗਏ। ਗੁਰੂ ਕੇ ਲੰਗਰ ਵੱਖ-ਵੱਖ ਥਾਵਾਂ ਦੇ ਉੱਤੇ, ਸਾਰੇ ਬਾਰਡਰਾਂ ਦੇ ਉੱਤੇ, ਭਾਵੇਂ ਟਿੱਕਰੀ ਬਾਰਡਰ ਹੈ, ਭਾਵੇਂ ਸਿੰਘੂ ਬਾਰਡਰ ਹੈ, ਭਾਵੇਂ ਉਹ ਦੂਜੇ ਪਾਸੇ ਜਿੰਨੇ ਵੀ ਥਾਵਾਂ ਦੇ ਉੱਤੇ ਪੜਾਅ ਬਣੇ ਹੈ, ਸਾਰੇ ਥਾਵਾਂ ਦੇ ਉੱਤੇ ਨਾਲ ਉੱਥੇ ਸਾਰੇ ਪੰਡਾਲਾਂ ਦੀਆਂ ਸੇਵਾਵਾਂ, ਨਾਲ ਬਿਸਤਰਿਆਂ ਦੀਆਂ ਸੇਵਾਵਾਂ। ਤੇ ਸਭ ਤੋਂ ਵੱਡੀ ਗੱਲ ਕਿ ਸਾਡੇ ਦੋਨੋਂ ਮੈਡੀਕਲ ਕਾਲਜ, ਭਾਵੇਂ ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ, ਭਾਵੇਂ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਸਾਹਿਬ, 5 ਮੈਡੀਸਨਸ ਦੀਆਂ ਵੈਨਸ ਉੱਥੇ ਖੜੀਆਂ ਕੀਤੀਆਂ ਹੋਈਆਂ, ਐਂਬੂਲੈਂਸਸ, ਤੇ ਸਾਰੇ ਕਿਸੇ ਨੂੰ ਕੋਈ ਇੱਕਦਮ ਕੋਈ ਪਰੇਸ਼ਾਨੀ ਆਉਂਦੀ ਹੈ ਤੇ ਸਾਰਿਆਂ ਨੂੰ ਦਵਾਈਆਂ ਫ੍ਰੀ ਸਾਰਾ ਕੁਝ ਦਿੱਤਾ ਜਾ ਰਿਹਾ ਤੇ ਮੈਡੀਕਲ ਫੈਸਿਲਿਟੀ ਦਿੱਤੀ ਜਾ ਰਹੀ ਹੈ। ਅਸੀਂ ਦੇਖਿਆ ਸੀਗਾ ਕਿ ਉੱਥੇ ਔਰਤਾਂ ਬੜੀ ਵੱਡੀ ਗਿਣਤੀ ਸਨ, ਔਰਤਾਂ ਦੀ ਵੱਡੀ ਮੁਸ਼ਕਲ ਸੀ ਕਿ ਉਹਨਾਂ ਨੂੰ ਟਾਇਲਟਸ ਬਣਾ ਕੇ ਦਿੱਤੇ ਜਾਣ, ਵਾਸ਼ਰੂਮ ਬਣਾ ਕੇ ਦਿੱਤੇ ਜਾਣ। ਇਮੀਡੀਏਟ ਸਭ ਤੋਂ ਪਹਿਲਾਂ ਜਿਹੜਾ ਸੀ ਉਹ ਸਟੈਪ ਸੀ ਅਸੀਂ ਉਹ ਕੀਤਾ, ਕਿਉਂਕਿ ਉਸ ਤੋਂ ਬਾਅਦ ਸੰਗਤਾਂ ਆਉਣ ਲੱਗ ਪਈਆਂ, ਬੜੀਆਂ ਸੁਸਾਇਟੀਜ਼ ਆਉਣ ਲੱਗ ਪਈਆਂ, ਸੇਵਾ ਸੁਸਾਇਟੀਆਂ ਪਹੁੰਚ ਗਈਆਂ ਹੈਲਪ ਕਰਨ ਵਾਸਤੇ, ਪਰ ਸਭ ਤੋਂ ਪਹਿਲਾਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਡਿਊਟੀ ਨਿਭਾਈ। ਸੋ ਕਹਿਣ ਤੋਂ ਭਾਵ ਹੈ ਕਿ ਭਾਵੇਂ ਬਿਸਤਰਿਆਂ ਦੀ ਗੱਲ ਸੀ, ਭਾਵੇਂ ਕੋਈ ਧਰਮ ਪ੍ਰਚਾਰ ਵਾਸਤੇ ਕੀਰਤਨੀ ਜਥਿਆਂ ਦੀ ਗੱਲ ਸੀ, ਪ੍ਰਚਾਰਕਾਂ ਦੀ ਗੱਲ ਸੀ, ਹਰ ਪਾਸੇ ਤੋਂ ਲਿਟਰੇਚਰ ਦੇਣ ਦੀ ਗੱਲ ਸੀ, ਉੱਥੇ ਅਸੀਂ ਪੰਡਾਂ ਗੱਡੀਆਂ ਭਰ ਕੇ ਲਿਟਰੇਚਰ ਪਹੁੰਚਾਇਆ ਤਾਂ ਜੋ ਜਿਹੜੀ ਉੱਥੇ ਸੰਗਤ ਬੈਠੀ ਹੈ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਦੀਆਂ ਉਹ ਇਤਿਹਾਸ ਨਾਲ ਜੋੜਿਆ ਜਾਵੇ, ਜਿਸ ਇਤਿਹਾਸ ਨੇ ਸਾਨੂੰ ਮਾਲਕ ਬਣਾਇਆ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਕਿਸਾਨ ਨੂੰ ਜ਼ਮੀਨ ਦਾ ਮਾਲਕ ਬਣਾਇਆ ਸੀਗਾ ਤੇ ਜੇ ਅੱਜ ਜ਼ਮੀਨ ਦੇ ਮਾਲਕ ਬਣੇ ਨੂੰ ਇਸ ਕਿਸਾਨ ਨੂੰ ਕੋਈ ਨਕਾਰਾ ਕਰਦਾ ਜਾਂ ਉਸ ਨੂੰ ਬੇਮਾਲਕ ਕਰਦਾ ਤੇ ਉਹ ਕਿਸੇ ਨੂੰ ਕੋਈ ਹੱਕ ਨਹੀਂ। ਸੋ ਮੈਂ ਸਮਝਦੀ ਹਾਂ ਕਿ ਅਸੀਂ ਆਪਣੀ ਭੂਮਿਕਾ ਨਿਭਾਉਂਦਿਆਂ ਹੋਇਆਂ ਸਾਰੇ ਕੌਮ ਦੀ ਜੋ ਸੇਵਾ ਕੀਤੀ ਹੈ, ਮੈਂ ਸ਼ੁਕਰਾਨਾ ਵੀ ਕਰਦੀ ਪਰਮਾਤਮਾ ਦਾ ਕਿ ਸਾਡੇ ਸਿਰ 'ਤੇ ਹੱਥ ਰੱਖਿਆ। ਸਾਡੇ ਸਾਰੇ ਸਤਿਕਾਰਯੋਗ ਮੈਂਬਰ ਸਾਹਿਬਾਨ, ਸਾਥੀ ਸਾਹਿਬਾਨ, ਸਾਡੇ ਮੁਲਾਜ਼ਮ, ਸਾਡੇ ਸੇਵਾਦਾਰ, ਸਾਡੇ ਪ੍ਰਚਾਰਕ, ਕੀਰਤਨੀਏ, ਹਰ ਜਿਹੜਾ ਵਿਅਕਤੀ ਹੈ ਉਹ ਦਿਨ ਰਾਤ ਇਸ ਪਹਿਰੇਦਾਰੀ ਵਿੱਚ ਹੈ कि कौम की सेवा जी है किस तरह की। सरोवर को बड़ा करने की आज़ाद लगी आप जी कि बाबा जगतार सिंह जी बड़े लंबे समय तो गुरुद्वारा साहिबाना दी कार सेवा करा रहे, उन्होंने अगों भी इच्छा सी कि सरोवर जिहड़ा क्योंकि वो नीवा हो गया उन्होंने असीं उच्चा करके बनाइए, थोड़ा सोहना करके बनाइए तो गुरु घरां दे विच जिन्नियां भी सुविधावां होण वो सुंदर होण, संगतां दे शरधा दे अनुकूल होण तां ही सोहना लगदा। सो इस करके बाबा जी नूं
ਅਸੀਂ ਬੇਨਤੀ ਕੀਤੀ ਹੈ, ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਹੈ। ਆਉਣ ਵਾਲੇ ਸਮੇਂ 'ਚ ਇਹਨੂੰ ਛੇਤੀ ਮੁਕੰਮਲ ਕੀਤਾ ਜਾਊ। मैम, किसान आंदोलन को 100 दिन से ज़्यादा हो गए। जी, एसपीजी एसजीपीसी इसके साथ हमेशा रही है और आप इस पर क्या कहेंगे कि 100 दिन? ਦੇਖੋ ਕਿਸਾਨ ਅੰਦੋਲਨ, ਇਹ ਜਿਹੜੇ ਅੰਦੋਲਨ ਹੁੰਦੇ ਆ ਇਹ ਤਾਂ ਬੜੇ ਬੜੇ ਲੰਬੇ ਵੀ ਚੱਲ ਜਾਂਦੇ ਆ, ਪਰ ਇਸ ਅੰਦੋਲਨ ਨੂੰ ਛੇਤੀ ਮੁਕਾਇਆ ਜਾ ਸਕਦਾ ਸੀ ਕਿਉਂਕਿ ਇਹ ਸਰਕਾਰ ਦੇ ਆਪਣੇ ਹੱਥਾਂ ਵਿੱਚ ਸੀ। ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਇਹ ਸਮਾਂ ਨਹੀਂ ਸੀ ਦੇਣਾ ਚਾਹੀਦਾ ਲੋਕਾਂ ਨੂੰ ਕਿ ਉਹ ਇੰਨੀ ਖੱਜਲ ਖੁਆਰੀ ਹੁੰਦੀ, ਸੜਕਾਂ ਉੱਤੇ ਬੈਠਦੇ, ਇੰਨੀ ਤਬਾਹੀ ਹੁੰਦੀ, ਇੰਨਾ ਪਰੇਸ਼ਾਨੀ ਹੁੰਦੀ। ਤਕਰੀਬਨ 150 ਤੋਂ ਵੱਧ ਜਿਹੜੇ ਸਾਡੇ ਕਿਸਾਨ ਹੈ, ਭਾਵੇਂ ਉਹ ਭੈਣ ਹੈ, ਭਾਵੇਂ ਕੋਈ ਬਜ਼ੁਰਗ ਹੈ, ਉਹਨਾਂ ਦੀਆਂ ਜਾਨਾਂ ਵੀ ਚਲ ਗਈਆਂ। ਔਰ ਇਹ ਵੀ ਮੈਂ ਦੱਸਣ ਵਿੱਚ ਆਪਣੇ ਆਪ ਨੂੰ ਸਮਝਦੀ ਹਾਂ ਕਿ ਸਾਡੀ ਜ਼ਿੰਮੇਵਾਰੀ ਪੂਰੀ ਹੋਈ ਹੈ ਕਿ ਜਿੰਨੀਆਂ ਵੀ ਮੌਤਾਂ ਹੋਈਆਂ ਨੇ, ਜਿੰਨੀਆਂ ਵੀ ਜਾਨਾਂ ਗਈਆਂ ਨੇ, ਉਹਨਾਂ ਸਾਰਿਆਂ ਨੂੰ ਅਸੀਂ 1-1 ਲੱਖ ਰੁਪਏ ਉਸ ਪਰਿਵਾਰ ਵਾਸਤੇ ਵੀ ਸੇਵਾ ਕੀਤੀ ਹੈ ਕਿ ਉਹ ਪਰਿਵਾਰ ਜਿਹੜੇ ਹੈ ਉਹ ਫਖਰ ਮਹਿਸੂਸ ਕਰ ਸਕਣ ਕਿ ਜੇ ਸਾਡਾ ਕੋਈ ਗਿਆ ਘਰ 'ਚੋਂ ਜੀ ਤਾਂ ਸਾਡੇ ਪਿੱਛੇ ਵੀ ਕੋਈ ਬੈਠਾ ਹੋਇਆ ਸਾਡੀ ਬਾਂਹ ਫੜਨ ਵਾਲਾ। ਵੀ ਕਈ ਗਰੀਬ ਸੀਗੇ, ਕਿਸਾਨ ਤਾਂ ਹਮੇਸ਼ਾ ਗਰੀਬੀ ਵਿੱਚੋਂ ਹੀ ਲੰਘਦਾ, ਸੋ ਇਸ ਕਰਕੇ ਉਹਨਾਂ ਨੂੰ ਹੌਸਲਾ ਦੇਣ ਲਈ, ਉਹਨਾਂ ਦੇ ਨਾਲ ਬਾਂਹ ਫੜਨ ਵਾਸਤੇ ਵੀ ਅਸੀਂ ਕੀਤਾ। ਮੈਂ ਅੱਜ ਵੀ ਬੇਨਤੀ ਕਰਦੀ ਹਾਂ ਪ੍ਰਧਾਨ ਮੰਤਰੀ ਜੀ ਨੂੰ ਕਿ ਆਉਣ ਵਾਲਾ ਸਮਾਂ ਬੜਾ ਗਰਮੀ ਦਾ ਵੀ ਹੋਏਗਾ, ਬਹੁਤ ਬਾਰਿਸ਼ਾਂ ਵੀ ਆਉਣਗੀਆਂ, ਆਉਣ ਵਾਲੇ ਸਮੇਂ 'ਚ ਬਰਸਾਤਾਂ ਵੀ ਹੋਣਗੀਆਂ, ਮੱਛਰ ਵੀ ਹੋਏਗਾ, ਕੀੜਾ ਵੀ ਹੋਏਗਾ। ਸਮਾਂ ਜਿਹੜਾ ਉਹ ਬਿਮਾਰੀਆਂ ਦੇ ਨਾਲ, ਅੱਗੇ ਹੀ ਪਹਿਲਾਂ ਕੋਵਿਡ ਤੋਂ ਅਸੀਂ ਬੜੀ ਮਾਰ ਖਾਧੀ ਹੈ, ਅੱਜ ਵੀ ਜਿਹੜਾ ਸਮਾਂ ਉਹ ਫਿਰ ਕਹਿੰਦੇ ਜਾ ਰਹੇ ਆ ਕਿ ਸਰਕਾਰਾਂ ਹੀ ਕਹਿੰਦੀਆਂ ਕਿ ਫੈਲਦਾ ਜਾ ਰਿਹਾ ਹੈ, ਜ਼ਿਆਦਾ ਵੱਧਦਾ ਜਾ ਰਿਹਾ ਹੈ। ਅਤੇ ਇਸ ਕਰਕੇ ਸੁਚੇਤ ਹੋਣਾ ਚਾਹੀਦਾ ਮਾਨਯੋਗ ਮੁੱਖ ਮੰਤਰੀ ਜੀ ਨੂੰ ਅਤੇ ਭਾਰਤ ਸਰਕਾਰ ਨੂੰ ਕਿ ਜਲਦੀ ਇਸ ਮੋਰਚੇ ਨੂੰ ਕਾਮਯਾਬੀ ਦੇਣ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਮਨਾਇਆ ਜਾ ਰਿਹਾ। ਮੈਂ ਸਮਝਦੀ ਹਾਂ ਕੋਈ ਸ਼ਰਧਾ ਨਾਲ ਸੀਸ ਝੁਕਾ ਕੇ ਕਹਿ ਦੇਣ ਕਿ ਮੈਂ ਉਹਨਾਂ ਨੂੰ ਸਮਰਪਿਤ ਹੋ ਕੇ ਕਿਸਾਨ ਦੀ ਇਹ ਆਵਾਜ਼ ਜਿਹੜੀ ਹੈ ਉਹਨੂੰ ਪੂਰੀ ਕੀਤੀ ਜਾਵੇ। ਜੇ ਕਿਤੇ ਕੋਈ ਕਿਸੇ ਕਿਸਮ ਦੀ ਸੋਧ ਕਰਨੀ ਵੀ ਹੋਵੇ ਤੇ ਬਾਅਦ ਵਿੱਚ ਕਿਸਾਨਾਂ ਨੂੰ ਬੁਲਾ ਕੇ ਜਾਂ ਜਥੇਬੰਦੀਆਂ ਨੂੰ ਬੁਲਾ ਕੇ ਜਾਂ ਪਾਰਟੀਆਂ ਜਿਹੜੀਆਂ ਸਿਆਸੀ ਵੀ ਹੈ, ਜਿਹੜੀ ਕਿਸਾਨੀ ਨਾਲ ਸੰਬੰਧਿਤ ਹੈ, ਉਹਨਾਂ ਨੂੰ ਬੁਲਾ ਕੇ ਗੱਲ ਕੀਤੀ ਜਾ ਸਕਦੀ ਹੈ। ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨੀ ਦੀ ਗੱਲ ਕੀਤੀ ਹੈ, ਕਿਸਾਨੀ ਦੇ ਮਦਈ ਰਹੇ ਹੈ, ਉਹਨਾਂ ਨੂੰ ਚਾਹੀਦਾ ਸੀ ਐਨਡੀਏ ਦਾ ਇੱਕ ਹਿੱਸਾ ਸੀਗੇ, ਉਹ ਤੋਂ ਬੁਲਾ ਕੇ ਪੁੱਛ ਲੈਣਾ ਚਾਹੀਦਾ ਸੀਗਾ। ਕਿਸਾਨ ਯੂਨੀਅਨ ਸੀ, ਉਹਨਾਂ ਨੂੰ ਪੁੱਛ ਲੈਣਾ ਚਾਹੀਦਾ ਸੀਗਾ। ਜੇ ਅੱਜ ਇੱਥੇ ਤੱਕ ਪਹੁੰਚੇ ਹੋ ਤਾਂ ਅਸੀਂ ਪਹੁੰਚੇ ਹਾਂ ਕਿ ਉਹਨਾਂ ਨੇ ਕਿਸੇ ਦੀ ਆਵਾਜ਼ ਨਹੀਂ ਸੁਣੀ। ਸੋ ਭਾਰਤ ਸਰਕਾਰ ਨੂੰ ਚਾਹੀਦਾ ਕਿ ਇਹਨੂੰ ਤੁਰੰਤ ਮਸਲੇ ਨੂੰ ਹੱਲ ਕਰੇ ਤਾਂ ਜੋ ਆਉਣ ਵਾਲੀਆਂ ਪਰੇਸ਼ਾਨੀਆਂ ਨਾ ਪੈ ਸਕਣ। मैम, लंगर कुछ हॉल का किसान नाम अपने आज उद्घाटन किया जा रहा जी। है, उसके बारे में क्या कहेंगे? ਦੇਖੋ ਗੁਰੂ ਕਾ ਲੰਗਰ ਮੇਰੇ ਪਾਤਸ਼ਾਹ ਨੇ ਕਿਹਾ ਕਿ ਪਹਿਲੇ ਪੰਗਤ ਪਾਛੇ ਸੰਗਤ, ਤੇ ਪੰਗਤ ਵਿੱਚ ਬਹਿਣਾ, ਗੁਰੂ ਕੇ ਲੰਗਰ ਛਕਾਉਣੇ, ਇਹ ਗੁਰੂ ਘਰ ਦੀ ਬੜੀ ਵੱਡੀ ਮਰਿਆਦਾ। ਇਸੇ ਕਰਕੇ ਸੁੰਦਰ ਹਾਰ ਬਣਾਇਆ ਗਿਆ ਕਿ ਸੋਹਣਾ ਲੰਗਰ ਦੀ ਤਿਆਰੀ ਕੀਤੀ ਜਾ ਸਕੇ। ਸੋਹਣੀ ਕਿਚਨ ਬਣਾਈ ਗਈ ਹੈ, ਈਵਨ ਸਟੀਮ ਕਿਚਨ ਵੀ ਬਣਾਇਆ, ਵਿੱਚ ਗੈਸ ਦਾ ਕਿਚਨ ਵੀ ਬਣਾਇਆ, ਦੂਜੇ ਵੀ ਬਣਾਏ ਹੈ। ਉਹਦੇ ਵਾਸਤੇ ਲੋਕਾਂ ਦੀ ਸਹੂਲਤ ਵਾਸਤੇ, ਸੰਗਤਾਂ ਦੀ ਸਹੂਲਤ ਵਾਸਤੇ ਜਿਹੜਾ ਉਹ ਅੱਜ ਉਦਘਾਟਨ ਕੀਤਾ ਜਾਏ। मैम, हर एक जहाँ पर भी किसान आंदोलन चल रहा है वहाँ पर सारी जगह जो है 24 घंटे का लंगर बरताया जा रहा है, उसके बारे में भी कुछ बताएं। ਦੇਖੋ ਇਹ ਜਿਹੜਾ ਗੁਰੂ ਘਰ ਦੀ ਪਰੰਪਰਾ ਨਾ, ਜਾਂ ਕੋਈ ਸਮਾਜ ਦੇ ਸੇਵਕ ਸੇਵਾਦਾਰ ਹੋਣ, ਉਹਨਾਂ ਦੇ ਮਨ 'ਚ ਇੱਕੋ ਚਾਅ ਹੁੰਦਾ ਵੀ ਕੋਈ ਗੁਰੂ ਦੇ ਆਸ਼ਾ ਜਿਹੜਾ ਸੀਗਾ ਕਿ ਹਰ ਇੱਕ ਦੇ ਮੂੰਹ ਦੇ ਵਿੱਚ ਜਿਹੜਾ ਉਹ ਲੰਗਰ ਜਾਣਾ ਚਾਹੀਦਾ, ਕੋਈ ਭੁੱਖਾ ਨਾ ਰਵੇ। ਇਹ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਵਰਗੇ ਦਾ ਜੋ ਰਾਜ ਸੀ, ਉਹਨੇ ਹੀ ਰਾਤ ਨੂੰ ਉੱਠ ਕੇ ਦੇਖਦਾ ਸੀਗਾ ਕਿ ਕੋਈ ਭੁੱਖਾ ਸੁੱਤਾ ਤੇ ਨਹੀਂ, ਕੋਈ ਨੰਗਾ ਤੇ ਨਹੀਂ ਸੁੱਤਾ। ਸੋ ਇਸ ਕਰਕੇ ਇਹ ਤਾਂ ਗੁਰੂ ਘਰ ਦੀ ਪਰੰਪਰਾ ਹੈ ਵੀ ਜਿਸ ਨੂੰ ਵੀ ਲੋੜ ਹੋਵੇ ਉਹਦੇ ਮੂੰਹ ਦੇ ਵਿੱਚ ਭੋਜਨ ਪਾਉਣਾ। ਮੈਂ ਸਮਝਦੀ ਹਾਂ ਕਿ ਸਾਡੀ ਖੁਸ਼ਕਿਸਮਤੀ ਹੈ ਕਿ ਸਾਨੂੰ ਮੌਕਾ ਮਿਲਿਆ ਕਿ ਅਸੀਂ ਗੁਰੂ ਘਰਾਂ ਦੀ ਸੇਵਾ ਕਰ ਸਕੀਏ। ਧਰਮ ਪ੍ਰਚਾਰ ਲਈ ਐਸਜੀਪੀਸੀ ਹਰਿਆਣਾ 'ਚ ਅੱਗੇ ਕੀ ਕਰੇਗੀ ਔਰ ਕੀ ਪਲਾਨ ਹੈ? ਦੇਖੋ ਕੱਲਾ ਹਰਿਆਣਾ ਨਹੀਂ, ਧਰਮ ਪ੍ਰਚਾਰ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਰਲਡ ਲੈਵਲ 'ਤੇ ਆਪਣੀ ਜ਼ਿੰਮੇਵਾਰੀ ਸਮਝੀ ਜਾਂਦੀ ਹੈ। ਇੱਥੇ ਸਾਡੇ ਕੇਂਦਰ ਨੇ ਜਿਹੜੇ ਗੁਰਦੁਆਰਾ ਸਾਹਿਬਾਨ, ਇੱਥੇ ਲਗਾਤਾਰ ਜਿੱਥੇ ਧਰਮ ਪ੍ਰਚਾਰ ਹੁੰਦਾ, ਭਾਵੇਂ ਉਹ ਦੇਖੋ ਪਾਠ ਬੋਧ ਸਮਾਗਮ, ਕਥਾ ਕੀਰਤਨ, ਸ਼ਬਦ ਵਿਚਾਰ ਜਿੱਦਾਂ ਇੱਥੇ ਹੁੰਦੀ ਹੈ, ਵੈਸੇ ਵੀ ਅਸੀਂ ਲਿਟਰੇਚਰ ਦੇ ਕੇ ਵੱਧ ਤੋਂ ਵੱਧ ਘਰਾਂ 'ਚ ਪਹੁੰਚਾਉਂਦੇ ਹਾਂ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਥੇ ਕਿਤੇ ਹੁਣ ਅਸੀਂ 5 ਸਮਾਗਮ ਹਰ ਹਲਕੇ ਵਿੱਚ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਕਰਕੇ ਵੱਡੇ ਗੁਰਮਤਿ ਸਮਾਗਮ ਕਰਨ ਵਾਸਤੇ ਕਿਹਾ। ਮੈਂਬਰ ਸਾਹਿਬਾਨ ਜਿਹੜੇ ਆਪਣੀਆਂ ਤਿਆਰੀਆਂ ਕਰ ਰਹੇ ਆ, ਕੁਝ ਹੋ ਵੀ ਗਏ ਹੈ, ਕੁਝ ਕਰਨਗੇ ਵੀ। ਉਹ ਸਮਾਗਮ ਜਿਹੜੇ ਉਹਦਾ ਕਾਰਨ ਹੀ ਹੁੰਦਾ ਕਿ ਇਸ ਤਰੀਕੇ ਨਾਲ ਗੁਰਮਤਿ ਸਮਾਗਮ ਚੱਲਦੇ ਰਹਿਣ, ਜਿੱਥੇ ਜਾਣਗੇ ਗੁਰੂ ਦੀ ਗੱਲ ਕੀਤੀ ਜਾਏਗੀ, ਪ੍ਰਚਾਰ ਹੋਏਗਾ। ਦੂਸਰੀ ਗੱਲ ਹੈ ਕਿ ਬੱਚਿਆਂ ਨੂੰ ਅਸੀਂ ਕੰਪੀਟੀਸ਼ਨ ਕਰਵਾ ਰਹੇ ਹਾਂ। ਹੁਣ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ,
ਮੇਰਾ ਖਿਆਲ ਹੈ ਕਿ ਜਿੰਨੇ ਸਮਾਗਮ ਉਹਦੇ ਸੰਬੰਧ ਵਿੱਚ ਉਲੀਕੇ ਗਏ ਹੈ ਸ਼ਾਇਦ ਕਿਸੇ ਸ਼ਤਾਬਦੀ ਦੇ ਉਲੀਕੇ ਹੋਣ। ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਅੰਮ੍ਰਿਤਸਰ ਵਿਖੇ ਗੁਰੂ ਕੇ ਮਹਿਲ ਵਿੱਚ ਪ੍ਰਕਾਸ਼ ਹੋਇਆ ਸੀ, 26 ਸਾਲ 9 ਮਹੀਨੇ 13 ਦਿਨ ਬਾਬਾ ਬਕਾਲਾ 'ਚ ਰਹੇ। ਤਖਤ ਸ੍ਰੀ ਕੇਸਗੜ੍ਹ ਸਾਹਿਬ ਜਿਹੜਾ ਉੱਥੇ ਅਨੰਦਪੁਰ ਸਾਹਿਬ ਹੈ ਤੇ ਨਾਨਕੀ ਚੱਕ ਪਿੰਡ ਵਸਾਇਆ ਸੀ। ਉਸ ਤੋਂ ਬਾਅਦ ਤਲਵੰਡੀ ਸਾਬੋ, ਸਾਰੇ ਸਮਾਗਮ ਜਿਹੜੇ ਉਸ ਰਸਤੇ ਨੂੰ ਲੈ ਕੇ, ਇੱਕ ਤੇ ਅਸੀਂ 15 ਮਾਰਚ ਰੱਖਿਆ ਸੀ, ਸ਼ਾਇਦ ਥੋੜ੍ਹਾ ਜਿਹਾ 5 ਦਿਨ ਅੱਗੇ ਕਰੀਏ, ਸਾਡੇ ਸਮਾਗਮ ਬਾਬਾ ਬਕਾਲੇ ਦੇ ਵਿੱਚ ਆ ਗਏ ਹੈ। ਉਹ ਇੱਕ ਨਗਰ ਕੀਰਤਨ ਚੱਲੇਗਾ ਜਿਹੜਾ ਕਿ ਸਾਰੇ ਸਥਾਨਾਂ ਤੋਂ ਹੋ ਕੇ ਰੂਟ ਤਿਆਰ ਹੋ ਗਿਆ, ਉਹ ਜਾ ਕੇ ਦਿੱਲੀ ਸੀਸਗੰਜ ਤੋਂ ਫਿਰ ਵਾਪਸ ਵਾਇਆ ਅਨੰਦਪੁਰ ਸਾਹਿਬ ਪਹੁੰਚੇਗਾ, ਕੋਈ 20-25 ਦਿਨ ਦਾ। ਉਹ ਨਗਰਾਂ 'ਚ ਜਾਣ ਦਾ ਮਤਲਬ ਹੀ ਹੈ ਕਿ ਸੁਨੇਹਾ ਦੇਣ ਵਾਸਤੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੀ ਕੁਰਬਾਨੀ ਸੀ, ਕੀ ਉਹਦਾ ਬਾਣੀ ਦਾ ਕੀ ਉਪਦੇਸ਼ ਸੀਗਾ। ਇਸ ਤਰੀਕੇ ਦੇ ਨਾਲ ਹਰ ਪਿੰਡ ਵਿੱਚ ਉਹਦੀ ਜੋਤ ਜਗਾਉਣ ਵਾਸਤੇ, ਉਹਦਾ ਸੰਦੇਸ਼ ਦੇਣ ਵਾਸਤੇ ਸਾਰੇ ਮੈਂਬਰ ਸਾਹਿਬਾਨਾਂ ਨੂੰ ਅਸੀਂ ਇਹ ਆਦੇਸ਼ ਦਿੱਤੇ ਹੋਏ ਹੈ ਕਿ ਵੱਧ ਤੋਂ ਵੱਧ ਗੁਰਮਤਿ ਦਾ ਪ੍ਰਚਾਰ ਕਰਾਉਣ ਤੇ ਵੱਧ ਤੋਂ ਵੱਧ ਗੁਰੂ ਪਾਤਸ਼ਾਹ ਸੁਨੇਹਾ ਦੇਣ। ਹਰਿਆਣਾ 'ਚ ਹਰ ਵਾਰੀ ਅਲੱਗ SGPC ਬਣਾਉਣ ਦੀ ਮੰਗ ਉੱਠੀ, ਇਹਦੇ ਬਾਰੇ SGPC ਤਾਂ ਇੱਕੋ ਹੀ ਹੈ ਜੀ ਦੁਨੀਆ 'ਤੇ, ਨਾ ਕੋਈ ਹੋਰ ਹੋ ਸਕਦੀ ਹੈ। ਗੁਰਦੁਆਰੇ ਲੋਕਲ ਉਹਨਾਂ ਦੀਆਂ ਕਮੇਟੀਆਂ ਹੋ ਸਕਦੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਇਸ ਤਰ੍ਹਾਂ ਗੁਰਦੁਆਰਿਆਂ ਦੀ ਕਮੇਟੀ ਨਹੀਂ ਬਣੀ, ਇਹ ਤਾਂ ਸਾਡੇ ਬਜ਼ੁਰਗਾਂ ਦੇ ਖੂਨ ਵਿੱਚੋਂ ਨਿਕਲੀ ਹੈ, ਸੀਨੇ ਦੀ ਮਿੱਝ ਦੀ ਖੁਰਾਕ ਮਿਲੀ ਹੈ ਇਸ ਸੰਸਥਾ ਨੂੰ। ਔਰ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਸੀ ਤੇ ਉਸ ਵੇਲੇ ਹਜ਼ਾਰਾਂ ਦੀ ਗਿਣਤੀ ਵਿੱਚ ਜੋ ਖੋਪਰੀਆਂ ਲੱਥੀਆਂ ਸਨ, ਜੋ ਸਾਡੇ ਸੀਸ ਦਿੱਤੇ ਸੀ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਦੋਂ ਪੰਥ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਇਹਦੀ ਸਿਰਜਣਾ ਕੀਤੀ ਸੀ ਔਰ 100 ਸਾਲ ਪਹਿਲਾਂ ਕੀਤੀ ਸੀ। ਸੰਸਾਰ ਦਾ ਕੋਈ ਧਰਮ ਨਹੀਂ ਜਿਸ ਧਰਮ ਦੇ ਵਿੱਚ ਕੋਈ ਸੰਸਥਾ ਲੋਕਾਂ ਦੁਆਰਾ ਚੁਣ ਕੇ ਆਉਂਦੀ ਹੋਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਾਂ ਦੁਆਰਾ ਚੁਣ ਕੇ ਆਉਂਦੀ ਹੈ। ਇਹਦਾ ਕਿਉਂਕਿ ਦਾਇਰਾ ਸੀਗਾ ਉਸ ਵੇਲੇ ਪੰਜਾਬ, ਵੱਡਾ ਪੰਜਾਬ, ਛੋਟਾ ਪੰਜਾਬ। ਉਹ ਪੰਜਾਬ ਪਹਿਲਾਂ 2 ਹਿੱਸਿਆਂ 'ਚ ਹੋ ਗਿਆ, ਪਾਕਿਸਤਾਨ ਰਹਿ ਗਿਆ, ਇੱਧਰ ਰਹਿ ਗਿਆ। 400-350 ਦੇ ਕਰੀਬ ਗੁਰਦੁਆਰੇ ਸਾਡੇ ਪਾਕਿਸਤਾਨ 'ਚ ਰਹਿ ਗਏ, ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਸੀ। ਉਸ ਤੋਂ ਬਾਅਦ ਇਹ ਪੰਜਾਬ 3 ਸਟੇਟਾਂ ਵਿੱਚ ਵੰਡਿਆ ਗਿਆ, ਹਰਿਆਣਾ, ਹਿਮਾਚਲ, ਚੰਡੀਗੜ੍ਹ ਤੇ ਪੰਜਾਬ। ਇੱਕ UT ਹੋ ਗਿਆ, 3 ਸਟੇਟਾਂ ਹੋ ਗਈਆਂ। ਇਹ ਕਿਉਂਕਿ 5 ਸਾਲ ਬਾਅਦ ਚੋਣ ਹੋਣੀ ਹੁੰਦੀ ਹੈ, ਪਰ ਬਦਕਿਸਮਤੀ ਕਿ ਇਹ ਜਦੋਂ ਅੱਜ ਇਹ ਸਟੇਟ ਇਸ਼ੂ ਹੋ ਗਿਆ ਇੰਟਰ ਸਟੇਟ ਕਰਕੇ, ਹੁਣ ਗਵਰਨਮੈਂਟ ਆਫ ਇੰਡੀਆ ਜਿਹੜੀ ਇਹਦੀ ਜਿਹੜਾ ਕਮਿਸ਼ਨਰ ਹੈ, ਚੋਣ ਕਮਿਸ਼ਨ, ਉਹ ਚੋਣ ਕਰਾਉਂਦਾ। ਪਹਿਲਾਂ ਇਕੱਲੀ ਪੰਜਾਬ ਸਰਕਾਰ ਦਾ ਚੋਣ ਕਮਿਸ਼ਨ ਕਰਾਉਂਦਾ ਹੁੰਦਾ ਸੀਗਾ, ਉਦੋਂ 5 ਸਾਲ ਬਾਅਦ ਚੋਣ ਹੋ ਜਾਂਦੀ ਸੀ। ਪਰ ਜਦੋਂ ਤੋਂ ਨੈਸ਼ਨਲ ਲੈਵਲ ਦੇ ਉੱਤੇ ਚੋਣ ਕਮਿਸ਼ਨ ਬਣਿਆ, ਉਦੋਂ ਇੰਟਰ ਸਟੇਟ ਮਸਲਾ ਹੋਣ ਕਰਕੇ ਚੋਣ ਕਮਿਸ਼ਨ ਜਿਹੜਾ ਭਾਰਤ ਸਰਕਾਰ ਦਾ ਕਰਾਉਂਦਾ। ਹੁਣ ਇਹ ਕਈ ਵਾਰੀ 19 ਸਾਲ, ਕਿਤੇ 11 ਸਾਲ, ਕਿਤੇ 13 ਸਾਲ, ਸਾਡਾ ਇਹਨਾਂ ਨੇ ਜਿਹੜਾ ਸਾਡਾ ਐਕਟ ਸੀਗਾ ਉਸ ਨੂੰ ਵੀ ਲੀਰੋ ਲੀਰ ਕਰ ਦਿੱਤਾ। ਮੈਂ ਸਮਝਦੀ ਹੈ ਕਿ ਭਾਰਤ ਸਰਕਾਰ ਨੇ ਸਾਡੇ ਐਕਟ ਨੂੰ ਲੀਰੋ ਲੀਰ ਕੀਤਾ। ਸਾਡੀ ਜਿਹੜੀ ਚੋਣ ਸੀ 5 ਸਾਲ ਬਾਅਦ ਹੋਣੀ ਚਾਹੀਦੀ ਹੈ, ਲੇਕਿਨ ਇਹ ਭਾਰਤ ਸਰਕਾਰ ਦੀ ਨਲਾਇਕੀ ਕਰਕੇ ਕਿ ਚੋਣ ਕਮਿਸ਼ਨ ਬਣ ਜਾਂਦਾ ਹੈ, ਉਸ ਤੋਂ ਬਾਅਦ ਜੇ ਚੋਣ ਹੋ ਜਾਂਦੀ ਮੁੜ ਕੇ ਕੋਈ ਚੋਣ ਕਮਿਸ਼ਨ ਨਹੀਂ, ਉਹਦਾ ਦਫ਼ਤਰ ਹੀ ਖਤਮ ਕਰ ਦਿੱਤਾ ਜਾਂਦਾ। ਜਦੋਂ ਚੋਣ ਕਰਨੀ ਹੁੰਦੀ ਹੈ, ਪੰਜਾਬ ਸਰਕਾਰ ਵੀ ਇੱਦਾਂ ਹੀ, ਸਟੇਟਾਂ ਦੀਆਂ ਵੀ ਸਰਕਾਰਾਂ ਇੱਦਾਂ ਕਰਦੀਆਂ, ਕਿਉਂਕਿ ਉਹਦਾ ਖਰਚਾ ਨਹੀਂ ਸਹਿ ਸਕਦੇ, ਫਿਰ ਲੋੜ ਨਹੀਂ ਪੈਂਦੀ। ਇਸੇ ਕਰਕੇ ਸਾਡੇ ਕੋਈ 8 ਮੈਂਬਰ ਮਰ ਜਾਣ, 7 ਮਰ ਜਾਣ, 16 ਮਰ ਜਾਣ, 18 ਮਰ ਜਾਣ, ਕਦੀ ਮੁੜ ਕੇ ਚੋਣ ਹੀ ਨਹੀਂ ਹੁੰਦੀ। ਇਸੇ ਦਾ ਲੋਕਲ ਬੋਡੀ, ਲੋਕਲ ਕਮੇਟੀ ਦੀਆਂ। ਸੋ ਜਿਹੜੇ ਕਹਿੰਦੇ ਨਾ ਹਰਿਆਣਾ ਕਮੇਟੀ, ਹਰਿਆਣੇ ਦੇ ਕਮੇਟੀ ਕਿਸੇ ਗੁਰਦੁਆਰਿਆਂ ਦੀ ਹੋ ਸਕਦੀ ਹੈ, ਲੇਕਿਨ ਜਿਹੜੇ ਸਾਡੇ ਇਤਿਹਾਸਕ ਗੁਰਦੁਆਰੇ ਹੈ ਉਹਨਾਂ ਦੀ ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਪ੍ਰਬੰਧ ਵਿੱਚ ਸੇਵਾ ਕਰ ਸਕਦੀ ਹੈ। ਜੋ ਕੋਈ ਚੁਣ ਕੇ ਆਉਂਦੇ ਆ ਉਹ ਆਜ਼ਾਦ ਲੜ ਕੇ ਸ਼ਾਇਦ ਉਹਦੇ ਵਿੱਚ ਆ ਸਕਦੇ ਹੈ, ਲੇਕਿਨ ਸਾਰੇ ਚੋਣ ਜਿਹੜੇ ਆ ਲੜਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਦੇ ਉੱਤੇ। ਸੋ ਮੈਂ ਸਮਝਦੀ ਹਾਂ ਕਿ ਇਹ ਜਿਹੜੀਆਂ ਗੱਲਾਂ ਇਹ ਤਾਂ ਐਵੇਂ ਸਿਆਸੀ ਗੱਲਾਂ ਕਰਦੇ ਨੇ, ਨਹੀਂ ਤਾਂ ਜਿੰਨੇ ਗੁਰਦੁਆਰੇ ਹੈ, ਜਿੰਨੇ ਗੁਰਧਾਮ ਹੈ, ਉਹ ਇਤਿਹਾਸਕ ਗੁਰਦੁਆਰੇ ਗੁਰਧਾਮ ਉਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਥੱਲੇ। ਬਾਕੀ ਜਿਹੜੇ ਲੋਕਲ ਗੁਰਦੁਆਰੇ ਦੇ ਹੁੰਦੇ ਆ ਗੁਰਦੁਆਰੇ, ਉਹਨਾਂ 'ਚ ਸਾਡਾ ਕੋਈ ਇੰਟਰਫੀਅਰੈਂਸ ਨਹੀਂ ਹੁੰਦਾ। SGPC ਹਰਿਆਣਾ 'ਚ ਕਾਫੀ ਸਾਲਾਂ ਤੋਂ, ਤੁਸੀਂ ਖੁਦ ਦੱਸਿਆ, ਕਾਫੀ ਸਾਲਾਂ ਤੋਂ ਗੁਰਦੁਆਰਿਆਂ ਦਾ ਹੋਲਡ ਕਰ ਰਹੀ ਹੈ, ਲੇਕਿਨ ਪੰਜਾਬ ਦੇ ਮੁਕਾਬਲੇ ਹਰਿਆਣਾ 'ਚ ਇੰਨੇ ਸਕੂਲ ਕਾਲਜਸ ਹਾਲੇ ਤੱਕ ਨਹੀਂ ਖੁੱਲ੍ਹ ਪਾਏ, ਇਹਦਾ ਕੀ ਕਾਰਨ? ਪਹਿਲਾਂ ਇੱਕ ਮੈਂ ਤੁਹਾਨੂੰ ਦੱਸਾਂ ਜੀ ਵੀ ਇਹ ਗੱਲਾਂ ਤੁਸੀਂ ਕਿਉਂ ਵਿਤਕਰੇ ਕਰਦੇ ਹੋ ਕਿ ਪੰਜਾਬ ਹੈ ਕਿ ਹਰਿਆਣਾ। ਨੰਬਰ 1, ਉੱਥੇ ਇੱਕ ਮੈਡੀਕਲ ਕਾਲਜ ਹੈ ਤੇ ਇੱਥੇ ਇੱਕ ਮੈਡੀਕਲ ਕਾਲਜ ਹੈ। ਇੱਥੇ ਦੇ ਗੁਰਦੁਆਰੇ ਤੇ ਆਪਣੇ ਗੁਰਦੁਆਰਿਆਂ ਦਾ ਵੀ ਖਰਚ ਨਹੀਂ ਚੁੱਕ ਸਕਦੇ। ਨੰਬਰ 1, ਜਿਨ੍ਹਾਂ ਗੁਰਦੁਆਰਿਆਂ ਦੇ ਵਿੱਚ ਸਾਰੇ ਹੀ ਜ਼ਿਆਦਾ ਲੋਕਲ ਕਮੇਟੀਆਂ ਨੇ, ਸਾਰੇ ਡਿਫਾਲਟਰ ਹੈ 87 ਦੇ ਗੁਰਦੁਆਰੇ ਚੱਲਦੇ ਹੈ। ਜਿਹੜੀ ਸਟੇਟ ਦੇ ਗੁਰਦੁਆਰੇ ਆਪਣਾ ਬੋਝ ਲੰਗਰ ਦਾ ਨਹੀਂ ਚੁੱਕ ਸਕਦੇ ਜਾਂ ਕੁਝ ਨਹੀਂ, ਉਹ ਇੰਸਟੀਟਿਊਸ਼ਨ ਕਿੱਥੋਂ ਬਣਾਉਣਗੇ?
ਇਹ ਵੀ ਜਿਹੜਾ ਖਰਚਾ ਹੈ, ਭਾਵੇਂ ਉਹ ਪੰਜੋਖੜਾ ਸਾਹਿਬ ਹੋਵੇ, ਭਾਵੇਂ ਉਹ ਮੈਡੀਕਲ ਕਾਲਜ ਹੋਵੇ, ਭਾਵੇਂ ਦੂਜੇ ਕਾਲਜ ਹੋਣ, ਮਾਤਾ ਸਾਹਿਬ ਕੌਰ ਕਾਲਜ ਹੋਣ, ਇੱਥੋਂ 8 ਮੈਂਬਰ ਚੁਣ ਕੇ ਜਾਂਦੇ ਆ ਤੇ ਉੱਥੋਂ 162 ਮੈਂਬਰ ਚੁਣੇ ਜਾਂਦੇ, 170। ਹੁਣ ਜਿਹੜਾ ਏਰੀਆ ਜਿੱਥੇ ਜ਼ਿਆਦਾ ਹੈ ਉੱਥੇ ਦੇ ਏਰੀਏ ਦੇ ਵਿੱਚ ਮੈਂਬਰ ਵੀ ਜ਼ਿਆਦਾ ਬਣਦੇ ਆ, ਉੱਥੇ ਚੋਣ ਵੀ ਜ਼ਿਆਦਾ, ਵੋਟਰ ਵੀ ਜ਼ਿਆਦਾ ਹੁੰਦੇ ਆ। ਇੱਥੇ ਤੇ ਵੋਟਰ ਹੀ ਹੋਣ ਬਣ ਲੱਗੇ ਆ ਜੀ। ਨੰਬਰ 1, ਜਿਹੜੇ ਅਸੀਂ ਕਾਲਜ ਵੀ ਬਣਾਉਂਦੇ ਆ ਸਾਰਾ ਖਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪ ਚੁੱਕਣਾ ਪੈਂਦਾ। ਸੋ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜ ਸਕੂਲਾਂ ਕਾਲਜਾਂ ਨੂੰ ਖੋਲ੍ਹਣਾ ਨਹੀਂ ਹੈ ਘਰ ਘਰ ਵਿੱਚ। ਇਹਦਾ ਤੇ ਕਾਰਜ ਜਿੱਥੇ ਕਿਤੇ ਕੋਈ ਬਹੁਤ ਰਿਮੋਟ ਏਰੀਆ ਹੋਵੇ, ਬਹੁਤ ਲੋੜਵੰਦ ਥਾਂ ਹੋਵੇ, ਕਿਤੇ ਅਸੀਂ ਸਾਡੇ ਕੋਲ ਸੁਵਿਧਾ ਹੋਵੇ, ਅਸੀਂ ਖੋਲ੍ਹ ਦਈਏ। ਫਿਰ ਵੀ ਮੇਰਾ ਖਿਆਲ ਹੈ ਜਿੱਥੇ ਜਿੱਥੇ ਸਿੱਖ ਦੀ ਆਬਾਦੀ ਹੈ ਉੱਥੇ ਅਸੀਂ ਕੋਸ਼ਿਸ਼ ਕੀਤੀ ਹੈ, ਭਾਵੇਂ ਉਹ ਕਰਨਾਲ ਦੇ ਕੋਲ ਕੋਈ ਕਾਲਜ ਖੋਲ੍ਹਿਆ, ਭਾਵੇਂ ਮੈਡੀਕਲ ਕਾਲਜ ਸ਼ਾਹਬਾਦ ਖੋਲ੍ਹਿਆ, ਭਾਵੇਂ ਇੱਥੇ ਕਾਲਜ ਚੱਲ ਰਿਹਾ ਹੈ, ਭਾਵੇਂ ਹੋਰ ਸਕੂਲ ਚੱਲ ਰਿਹਾ ਹੈ, ਆਬਾਦੀ ਦੇ ਹਿਸਾਬ ਦੇ ਨਾਲ ਸਿੱਖਾਂ ਦੀ ਆਬਾਦੀ ਨਾਲ ਇੱਥੇ ਵੱਧ ਰਹੇ। ਇਹ ਜਾਣ ਕੇ ਹੀ ਤੁਸੀਂ ਪ੍ਰੈਸ ਵਾਲੇ ਵੀ ਨਾ ਇਸ ਗੱਲ ਨੂੰ ਚੱਕਿਆ ਕਰੋ ਕਿ ਅਸੀਂ ਸਿੱਖਾਂ ਦੇ ਵਿੱਚ ਪਾੜ ਪਾ ਦਈਏ। ਇੱਕ ਦੂਜੀ ਤੁਸੀਂ ਹਰਿਆਣੇ ਦੇ ਸਿੱਖ ਨਹੀਂ ਹੈ, ਤੁਸੀਂ ਗੁਰੂ ਦੇ ਸਿੱਖ ਹੋ। ਇਹ ਕਿਉਂ ਕਹਿੰਦੇ ਤੁਸੀਂ ਹਰਿਆਣੇ ਦੇ ਸਿੱਖ ਤੇ ਪੰਜਾਬ ਦੇ ਸਿੱਖ? ਸਿੱਖ ਗੁਰੂ ਦਾ। ਜਿਹੜੇ ਪੁਰਾਣੇ ਸਕੂਲ ਹੈ ਜੋ ਹੈਗੇ ਆ ਕਾਫੀ ਡਿਸਟ੍ਰਿਕਟਸ ਹੈ ਪੁਰਾਣੇ ਸਕੂਲ ਹੈ, ਲੇਕਿਨ ਧੀਰੇ ਧੀਰੇ ਉਹ ਖਤਮ ਹੁੰਦੇ ਜਾ ਰਹੇ हैं, ਬੱਚੇ ਘੱਟ ਹੁੰਦੇ ਜਾ ਰਹੇ हैं। ਸਾਰੇ ਥਾਵਾਂ ਤੇ ਹੀ ਹੈ ਜੀ। ਗਵਰਨਮੈਂਟ ਸਕੂਲ ਫੇਲ ਹੋ ਗਏ ਹੈ, ਸਾਡੇ ਸਕੂਲ ਕਾਲਜ ਕਿਉਂ? ਕਿਉਂਕਿ ਸਾਡੇ ਹੁਣ ਪੰਜਾਬ ਦੇ ਵਿੱਚ ਮੇਰਾ ਖਿਆਲ ਹੈ ਜਿੰਨੇ ਕਾਲਜ ਹੈ 5-7 ਕਾਲਜਾਂ ਨੂੰ ਛੱਡ ਕੇ ਬਾਕੀ ਸਾਰੀ ਜਿਹੜੀ ਹੈ ਉਹ ਘਟ ਗਈ ਸਟਰੈਂਥ। ਉਹਦਾ ਕਾਰਨ ਕੀ ਹੈ? ਇੱਕ ਤੇ ਹੁਣ ਸਾਡਾ ਦੁਆਬਾ ਹੀ ਲਾ ਲਓ, ਸਾਰੇ ਪੰਜਾਬ 'ਚ ਲੋਕ ਬੱਚੇ ਬਾਹਰ ਜਾਣ ਲੱਗ ਪਏ, ਆਇਲਟਸ ਖੁੱਲ੍ਹ ਗਈ, ਦਾਖਲੇ ਕੈਨੇਡਾ ਵਰਗੇ ਥਾਵਾਂ 'ਤੇ ਖੁੱਲ੍ਹ ਗਿਆ, ਉਹ ਸਾਰਿਆਂ ਦੀ ਹੋੜ ਬਾਹਰ ਜਾਣ ਦੀ ਲੱਗ ਗਈ। ਜਦੋਂ 10+2 ਤੋਂ ਬਾਅਦ ਬੱਚਾ ਦਾਖਲ ਹੀ ਨਹੀਂ ਹੋਏਗਾ ਤੇ ਕਾਲਜ ਕੀ ਚੱਲੇਗਾ? ਸੋ ਇਸ ਕਰਕੇ ਇਹ ਜਿਹੜੀ ਬਾਹਰ ਦੀ ਦੌੜ ਲੱਗੀ ਸੀ ਬੱਚਿਆਂ ਦੀ, ਉਹਦੇ ਕਰਕੇ ਭਾਵੇਂ ਕੋਈ ਪ੍ਰਾਈਵੇਟ ਕਾਲਜ ਹੈ, ਭਾਵੇਂ ਕੋਈ ਸਕੂਲ ਹੈ, ਉਹਦੇ ਵਿੱਚ ਬਹੁਤ ਸ਼ਮੂਲੀਅਤ ਘਟ ਗਈ। ਹੁਣ ਥੋੜ੍ਹਾ ਜਿਹਾ ਕੋਵਿਡ ਕਰਕੇ ਜਿਹੜਾ ਫਰਕ ਪਿਆ, ਮੈਨੂੰ ਲੱਗਦਾ ਵੀ ਇਸ ਵਾਰ ਬੱਚਿਆਂ ਦੀ ਗਿਣਤੀ ਸਾਡੀ ਠੀਕ ਹੋਣ ਲੱਗ ਪਣੀ। ਬੱਚਿਆਂ ਨੂੰ ਮਹਿਸੂਸ ਹੋ ਗਿਆ ਕਿ ਸਾਨੂੰ ਇੱਥੇ ਪੜ੍ਹਨਾ ਪਏਗਾ। ਔਰ ਮੈਂ ਆਸ ਕਰਾਂਗੀ, ਇਹ ਵਿਸ਼ਵਾਸ ਵੀ ਕਰਦੀ ਹੈ ਕਿ ਸੰਗਤ ਦਾ ਭਰੋਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ। ਤੁਸੀਂ ਦੇਖਿਓ ਮੈਡੀਕਲ ਕਾਲਜ ਹੈ, ਜਦੋਂ ਵੀ ਕਦੀ ਕੋਈ ਦਾਖਲੇ ਦੀ ਗੱਲ ਆਉਂਦੀ ਹੈ, ਉੱਥੇ ਬਾਬਾ ਫਰੀਦ ਯੂਨੀਵਰਸਿਟੀ 'ਚ ਦੱਸਦੇ ਹੈ ਕਿ ਜਦੋਂ ਕੋਈ ਸਿਲੈਕਟ ਕਰਨ ਦੀ ਗੱਲ ਆਉਂਦੀ ਹੈ ਕਿ ਅਸੀਂ ਕਿਹੜੇ ਮੈਡੀਕਲ ਕਾਲਜ 'ਚ ਪੜ੍ਹਨਾ, ਸਭ ਤੋਂ ਵੱਧ ਪ੍ਰੈਫਰੈਂਸ ਜੇ ਡੀਐਮਸੀ ਨੂੰ ਦਿੱਤੀ ਜਾਂਦੀ ਹੈ, ਤੇ ਵੱਧ ਤੋਂ ਵੱਧ ਪ੍ਰੈਫਰੈਂਸ ਜਿਹੜੀ ਹੈ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਨੂੰ ਦਿੱਤੀ ਜਾਂਦੀ ਹੈ, ਡੈਂਟਲ ਕਾਲਜ ਨੂੰ ਦਿੱਤੀ ਜਾਂਦੀ ਹੈ। ਕਿਉਂ? ਕਿਉਂਕਿ ਉੱਥੇ ਪੜ੍ਹਾਈ ਵਧੀਆ, ਉੱਥੇ ਸਟਾਫ ਅੱਛਾ ਹੈ, ਉੱਥੇ ਦੀ ਸਾਰੀ ਲੋਕੇਸ਼ਨ ਜਿਹੜੀ ਹੈ ਪੂਰੀ ਮੇਨਟੇਨ ਕੀਤੀ ਜਾਂਦੀ ਹੈ। ਸੋ ਇਹ ਚੀਜ਼ਾਂ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜ 8-8 ਹਜ਼ਾਰ ਦੀ ਸਟਰੈਂਥ ਵੀ ਹੈ, 10-10 ਹਜ਼ਾਰ ਦੀ ਵੀ ਹੈ, ਬਹੁਤ ਵੱਡੀ ਸਟਰੈਂਥ ਹੈ। ਸੋ ਸੋਹਣੇ ਕਾਲਜ ਚੱਲ ਰਹੇ ਹੈ। ਛੋਟੀਆਂ ਮੋਟੀਆਂ ਜਦੋਂ ਇੱਦਾਂ ਦੀਆਂ ਸਮਾਜੀ ਤੌਰ ਦੇ ਉੱਤੇ ਗੱਲਾਂ ਆਉਂਦੀਆਂ ਉਸ ਵੇਲੇ ਥੋੜ੍ਹਾ ਬਹੁਤਾ ਘੱਟ ਜਾਂਦਾ, ਨਹੀਂ ਤੇ ਕਦੀ ਅੱਜ ਤੱਕ ਕਮਜ਼ੋਰੀ ਨਹੀਂ। ਪਰ ਫਿਰ ਵੀ ਅਸੀਂ ਕੋਈ ਆਮਦਨ ਨਹੀਂ ਕਮਾਉਂਦੇ, ਸਾਡੀ ਕੋਈ ਮਾਰਕੀਟਿੰਗ ਨਹੀਂ ਹੈ। ਅਸੀਂ ਫਿਰ ਵੀ ਦੇਖਦੇ ਹਾਂ ਜੋ ਘਾਟੇ 'ਚ ਵੀ ਚਲਾ ਜਾਵੇ ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੋਂ ਮਰਜ਼ੀ, ਭਾਵੇਂ ਗੁਰਦੁਆਰਿਆਂ ਦੇ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਇਸ ਪਵਿੱਤਰ ਸਥਾਨ ਦੇ ਉੱਤੇ ਜੋ ਅੱਜ ਸੇਵਾਵਾਂ ਉਹਨਾਂ ਦੀ ਆਰੰਭਤਾ ਵੀ ਹੋ ਰਹੀ ਹੈ ਤੇ ਸੰਪੂਰਨ ਉਹਨਾਂ ਦੀ ਅਰਦਾਸ ਜਿਹੜੀ ਹੈ ਇੱਥੇ ਹੋਣ ਜਾ ਰਹੀ ਹੈ। ਤੇ ਨਾਲ ਹੀ ਸਰੋਵਰ ਦੀ ਬਰੰਡ ਅਤੇ ਪੌੜੀਆਂ ਦੀਆਂ ਸੇਵਾਵਾਂ ਆਰੰਭ ਹੋਣੀਆਂ ਹਨ, ਜਿਸ ਵਾਸਤੇ ਸ਼੍ਰੀਮਾਨ ਸੰਤ ਬਾਬਾ ਗੁਰਮੀਤ ਸਿੰਘ ਜੀ ਉਹ ਵੀ ਪਹੁੰਚੇ ਹੋਏ ਹਨ। ਬਾਬਾ ਕਿਰਪਾਲ ਸਿੰਘ ਜੀ, ਬਾਬਾ ਜਸਵੀਰ ਸਿੰਘ ਜੀ, ਬਾਬਾ ਝਿਰਵੇਰ ਸਿੰਘ ਜੀ, ਬਾਬਾ ਜੋਗਾ ਸਿੰਘ, ਬਾਬਾ ਸੁੱਖਾ ਸਿੰਘ ਜੀ, ਬਾਬਾ ਬਲਵੰਤ ਸਿੰਘ, ਬਾਬਾ ਜਗਵੀਰ ਸਿੰਘ ਜੀ, ਬਾਬਾ ਹਰਦੇਵ ਸਿੰਘ, ਬਾਬਾ ਜਗਦੇਵ ਸਿੰਘ ਜੀ, ਇਸ ਸਮੁੱਚੇ ਹੀ ਮਹਾਂਪੁਰਖ ਦਾਸ ਸੇਵਾ ਤਰਨਤਾਰਨ ਸਾਹਿਬ ਵੱਲੋਂ ਪਹੁੰਚੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਹੀ ਮਹਾਂਪੁਰਸ਼ਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ। ਸੋ ਨਾਲ ਹੀ ਮੈਂ ਬੇਨਤੀ ਕਰਾਂਗਾ ਸਿੱਖ ਪੰਥ ਦੀ ਸਰਮੌਰ ਜਥੇਬੰਦੀ ਦੇ ਮਾਨਯੋਗ ਪ੍ਰਧਾਨ ਜੀ ਬੀਬੀ ਜਗੀਰ ਕੌਰ ਜੀ ਕਿਸਾਨੀ ਮੋਰਚੇ ਦੇ ਵਿੱਚ 2 ਮਿੰਟ ਵਾਸਤੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਇਕਾਗਰਤਾ ਦੇ ਨਾਲ ਉਹਨਾਂ ਪਾਸੋਂ ਵਿਚਾਰ ਸਰਵਣ ਕਰੀਏ ਜੀ। ਆਓ ਉਹਨਾਂ ਦੀ ਇਸ ਇੱਥੇ ਆਮਦ ਦੇ ਉੱਪਰ ਇੱਕ ਜਕਾਰੇ ਨਾਲ ਸਵਾਗਤ ਕਰੀਏ ਜੀ। ਬੋਲੇ ਸੋ ਨਿਹਾਲ। ਥਾਨ ਸੁਹਾਵਾ ਪਵਿੱਤਰ ਹੈ, ਜਿੱਥੇ ਸੰਤ ਸਦਾ ਧੋਈ ਕਸੀ ਨੋ ਮਿਲਾ ਜੇ ਪੂਰਾ ਗੁਰੂ ਲੱਭਾ। ਪੂਰੇ ਗੁਰੂ ਸਤਿਗੁਰੂ ਗੁਰਦੇਵ ਦੇ ਚਰਨਾਂ 'ਚ ਬੈਠੀ ਸਾਧ ਸੰਗਤ ਜੀ, ਆਪ ਸਭ ਤੋਂ ਪਹਿਲਾਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਕਿਰਪਾ ਕਰਕੇ ਜੀ ਬੈਠ ਜਾਓ, ਚੰਗਾ ਵੀ ਸੰਗਤ ਇਸ ਲੈਣ ਜਾਂ ਸਾਈਡ ਤੇ ਹੋ ਜਾਓ। ਜਿੰਨ ਚਿਰ ਸੰਗਤ ਰੂਬਰੂ ਨਾ ਹੋਵੇ ਫਿਰ ਨਾ ਬੋਲਣ ਵਾਲੇ ਨੂੰ ਆਨੰਦ ਆਉਂਦਾ ਤੇ ਨਾ ਸੁਣਨ ਵਾਲੇ ਨੂੰ ਆਨੰਦ ਆਉਂਦਾ। ਇਸ ਕਰਕੇ ਗੁਸਤਾਖੀ ਦੀ ਮਾਫੀ ਮੰਗਦੀ ਹੈ ਤੇ ਪੱਤਰਕਾਰ ਭਰਾਵਾਂ ਨੂੰ ਮੈਂ ਬੇਨਤੀ ਹੈ ਕਿ ਥੋੜਾ ਜਿਹਾ ਪਿੱਛੇ ਹੋ ਕੇ ਇੱਕ ਸਾਈਡ ਤੇ ਹੋ ਜਾਓ। ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਸੰਗਤ ਨੂੰ ਬਹੁਤ ਵਧਾਈ ਦਿੰਦੀ ਹਾਂ। ਮਹਾਂਪੁਰਖ ਸੰਤ ਬਾਬਾ ਜਗਤਾਰ ਸਿੰਘ ਜੀ ਸਿਹਤ ਠੀਕ ਨਾ ਹੋਣ ਕਰਕੇ ਪੰਡਾਲ ਵਿੱਚ ਨਹੀਂ ਆ ਸਕੇ। ਉਹਨਾਂ ਦੇ ਸਾਰੇ ਸੇਵਾਦਾਰ ਸਾਥੀ ਮਹਾਂਪੁਰਖ ਮਾਨਯੋਗ ਬਾਬਾ ਗੁਰਮੀਤ ਸਿੰਘ ਜੀ ਤੇ ਸਾਰੀਆਂ ਮਹਾਨ ਸ਼ਖਸੀਅਤਾਂ ਦਰਬਾਰ 'ਚ ਬੈਠੀਆਂ ਹਨ। ਜਿਸ ਦਰਬਾਰ ਨੂੰ ਬਾਬਾ ਜੀ ਨੇ ਆਪ ਬੜੇ ਪਿਆਰ ਦੇ ਨਾਲ ਤਿਆਰ ਕੀਤਾ, ਤੁਹਾਡੀ ਸਾਰਿਆਂ ਦੀ ਬੇਨਤੀ ਨੂੰ ਸਵੀਕਾਰ ਕਰਕੇ ਗੁਰੂ ਕੇ ਲੰਗਰ ਦੇ ਹਾਰ ਬਣਾਏ, ਆਉਣ ਵਾਲੀਆਂ ਸੇਵਾਵਾਂ ਅੱਗੇ ਚਾਲੂ ਕਰਨ ਵਾਸਤੇ ਆਪਣੀ ਦਾਸੀ ਨੂੰ ਹੁਕਮ ਲਾਇਆ ਕਿ ਆਉਣ ਵਾਲੀਆਂ ਸੇਵਾਵਾਂ ਜਿਹੜੀਆਂ ਫਿਰ ਉਹਨਾਂ ਦੀ ਝੋਲੀ 'ਚ ਪਾਈਆਂ ਜਾਣ। ਬਹੁਤ ਧੰਨਵਾਦ ਹੈ ਮਹਾਂਪੁਰਖਾਂ ਦਾ, ਕਿਉਂਕਿ ਸਮੇਂ ਸਮੇਂ ਦੇ ਨਾਲ ਜਿੱਥੇ ਵੀ ਕਿਤੇ ਅਸੀਂ ਇਹਨਾਂ ਨੂੰ ਆਵਾਜ਼ ਮਾਰੀ ਹੈ, ਇਹਨਾਂ ਨੇ ਬੜੀ ਸ਼ਾਂਤ ਸੁਭਾਅ ਹੈ ਕਿ ਨਿਮਰਤਾ ਦੇ ਨਾਲ ਸੰਗਤ ਦੇ ਵੱਡੇ ਸਹਿਯੋਗ ਦੇ ਨਾਲ ਹਰ ਥਾਂ ਦੇ ਉੱਤੇ ਆਪਣੀ ਬੜੀ ਵੱਡੀ ਭੂਮਿਕਾ ਨਿਭਾਈ ਤੇ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ। 550 ਸਾਲਾ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਸੁਲਤਾਨਪੁਰ ਲੋਧੀ ਧਰਤੀ ਤੇ ਮਨਾਇਆ ਗਿਆ, ਉਸ ਵੇਲੇ ਵੀ ਬਾਬਾ ਜੀ ਨੇ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਈ। ਗੁਰੂ ਕੇ ਲੰਗਰਾਂ ਦੀ, ਦਰਸ਼ਨੀ ਡਿਊਟੀ ਦੀ ਜਾਂ ਬਾਕੀ ਸੇਵਾਵਾਂ ਜਿਹੜੀਆਂ ਸਨ ਉਹ ਨੇਪਰੇ ਚਾੜ ਕੇ ਬਹੁਤ ਵੱਡਾ ਸਹਿਯੋਗ ਦਿੱਤਾ। ਮੈਂ ਦਿਲੋਂ ਧੰਨਵਾਦੀ ਹਾਂ ਮਹਾਂਪੁਰਖਾਂ ਦੀ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਕਾਰ ਸੇਵਾ ਨਾਲ ਜੋੜ ਕੇ ਸੰਗਤਾਂ ਨੂੰ ਨਾਲ ਲੈ ਕੇ ਹਮੇਸ਼ਾ ਗੁਰੂ ਘਰ ਦੀਆਂ ਵੱਡੀਆਂ ਸੇਵਾਵਾਂ ਕੀਤੀਆਂ। ਤੁਸੀਂ ਉਸ ਪਵਿੱਤਰ ਸਥਾਨ ਤੇ ਬੈਠੇ ਹੋ ਜਿਸ ਦਾ ਇਤਿਹਾਸ ਬੜਾ ਹੀ ਸੁਨਹਿਰੀ ਹੈ। ਉਸ ਮਹਾਨ ਗੁਰੂ ਦੀ ਚਰਨ ਛੋਹ ਪ੍ਰਾਪਤ ਦਾ ਇਹ ਸਥਾਨ, ਜਿਹੜੇ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਲਖਤੇ ਜਿਗਰ, ਉਹਨਾਂ ਦੇ ਗ੍ਰਹਿ ਵਿਖੇ ਪ੍ਰਕਾਸ਼ ਹੋਇਆ। 5 ਸਾਲ ਦੀ ਉਮਰ ਵਿੱਚ ਹੀ ਗੁਰਗੱਦੀ ਉੱਤੇ ਬੈਠੇ, ਕਿਉਂਕਿ ਸਿੱਖ ਧਰਮ ਦੇ ਵਿੱਚ ਜਾਂ ਧਰਮ ਦੇ ਵਿੱਚ ਕੋਈ ਉਮਰਾਂ ਦੇ ਤਕਾਜ਼ੇ ਨਹੀਂ ਹੁੰਦੇ। ਗੁਰੂ ਦਾ ਕੋਈ ਸਰੀਰ ਨਹੀਂ ਹੁੰਦਾ, ਗੁਰੂ ਦਾ ਇੱਕ ਪ੍ਰਕਾਸ਼ ਹੁੰਦਾ ਹੈ, ਗੁਰੂ ਦੀ ਇੱਕ ਜੋਤ ਹੁੰਦੀ ਹੈ, ਗੁਰੂ ਦਾ ਇੱਕ ਗਿਆਨ ਹੈ। ਇਸ ਕਰਕੇ 5 ਸਾਲ ਦੀ ਉਮਰ ਵਿੱਚ ਹੀ ਗੁਰਗੱਦੀ ਤੇ ਬੈਠੇ। ਔਰੰਗਜ਼ੇਬ ਨੇ ਦਿੱਲੀ ਬੁਲਾਵਾ ਭੇਜਿਆ ਪਰ ਮਿਲਣ ਤੋਂ ਨਾ ਕੀਤੀ। ਦਿੱਲੀ ਨੂੰ ਜਾਂਦੇ ਆ ਇੱਥੇ ਰਸਤੇ ਵਿੱਚ ਇਸ ਥਾਂ ਦੇ ਉੱਤੇ ਰੁਕੇ। ਜਿਸ ਤਰ੍ਹਾਂ ਕਹਿੰਦੇ 2-3 ਦਿਨ ਦਾ ਇੱਥੇ ਪੜਾਅ ਕੀਤਾ। ਕੁਦਰਤੀ ਤੌਰ ਦੇ ਉੱਤੇ ਕਿਸੇ ਪੰਡਤ ਨੇ ਆ ਕੇ ਕਿਹਾ ਕਿ ਐਡੀ ਛੋਟੀ ਉਮਰ ਦੇ ਵਿੱਚ ਇਹ ਗੁਰੂ ਦੀ ਜੋਤ ਕਿੱਦਾਂ ਹੋ ਸਕਦੀ ਹੈ। ਕੋਈ ਨਾ ਕੋਈ ਐਸੇ ਪੈਦਾ ਹੋ ਜਾਂਦੇ ਜਿਹੜੇ ਛਨਕੇ ਕਰਦੇ ਆ ਤੇ ਉਹ ਫਿਰ ਇਮਤਿਹਾਨ ਲਾਣਾ ਸ਼ੁਰੂ ਕਰ ਦਿੰਦੇ। ਲੇਕਿਨ ਗੁਰੂ ਸਾਹਿਬ ਜੀ ਨੇ ਕਿਹਾ ਕਿ ਗੀਤਾ ਦਾ ਪਾਠ ਅਰਥ ਕਰਕੇ ਦੱਸ। ਗੁਰੂ ਸਾਹਿਬ ਨੇ ਕਿਹਾ ਕਿ ਜਿਹੜਾ ਕੋਈ ਗੁੰਗਾ ਹੋਵੇ ਜਾਂ ਮੂਰਖ ਤੋਂ ਮੂਰਖ ਵੀ ਕੋਈ ਵਿਅਕਤੀ ਹੋਵੇ, ਉਹਨੂੰ ਸਾਹਮਣੇ ਪੇਸ਼ ਕੀਤਾ ਜਾਏ। ਉਸ ਵੇਲੇ ਛੱਜੂ ਝਿਹੂਰ ਜਿਹੜਾ ਸੀ ਉਹ ਆਇਆ, ਉਸ ਗੁੰਗੇ ਕੋਲੋਂ ਆਪਣੀ ਛੜੀ ਰੱਖ ਕੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਉਹਦੇ ਕੋਲੋਂ ਪਾਠ ਕਰਾ ਦਿੱਤਾ, ਗੀਤਾ ਦੇ ਅਰਥ ਕਰਾ ਦਿੱਤੇ। ਇਹ ਹੈ ਤੁਹਾਡੇ ਗੁਰੂ ਦੀ ਵਡਿਆਈ। ਇਹ ਹੈ ਉਸ ਮਹਾਨ ਅਸਥਾਨ ਦੇ ਉੱਤੇ ਜੋ ਤੁਸੀਂ ਇਸ ਇਤਿਹਾਸ ਨਾਲ ਜੁੜੀ ਹੋ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਚਲੇ ਗਏ। ਖੈਰ ਇਤਿਹਾਸ ਹੈ ਕਿ ਚੇਚਕ ਫੈਲ ਗਈ, ਉੱਥੇ ਸਾਰੀ ਸੰਗਤ ਨੂੰ ਬਖਸ਼ਾ ਕਰਦਿਆਂ ਹੋਇਆ ਫਿਰ ਚੇਚਕ ਦੇ ਸ਼ਿਕਾਰ ਹੋ ਗਏ। ਅੰਤ ਵਿੱਚ ਉਹਨਾਂ ਨੇ ਬਾਬਾ ਬਕਾਲੇ ਦੀ ਆਵਾਜ਼ ਦਿੱਤੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਰਿਸ਼ਤੇ ਵਿੱਚ ਉਹਦੇ ਬਾਬਾ ਲੱਗਦੇ ਸਨ ਤੇ ਉਸ ਨੂੰ ਗੁਰਗੱਦੀ ਦੇਣ ਵਾਸਤੇ ਬਾਬੇ ਬਕਾਲੇ ਦੀ ਆਵਾਜ਼ ਦਿੱਤੀ ਤੇ ਫਿਰ ਉਸ ਤੇ ਸਮੱਗਰੀ ਜਿਹੜੀ ਸੀ ਗੁਰਸਿੱਖਾਂ ਨੂੰ ਦੇ ਕੇ ਤੋਰਿਆ। ਰਸਤੇ 3 ਮਹੀਨੇ ਦਾ ਸਮਾਂ ਲੱਗ ਗਿਆ। ਬਾਬਾ ਮੱਖਣ ਸ਼ਾਹ ਲਬਾਣੇ ਦਾ ਇਤਿਹਾਸ ਸਰਵਣ ਕਰਦੇ ਹੋ ਕਿ ਉੱਥੇ ਜਾ ਕੇ ਬਾਬਾ ਮੱਖਣ ਸ਼ਾਹ ਲਬਾਣਾ ਜਿਹਨੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਗਟ ਕੀਤਾ। ਖੈਰ ਉਸ ਇਤਿਹਾਸ ਵੱਲ ਮੈਂ ਲੰਬਾ ਨਾ ਜਾਵਾਂ। ਸਾਧ ਸੰਗਤ ਜੀ, ਮੈਂ ਜਦੋਂ ਐਂਟਰ ਕੀਤੀ ਸੀ ਤੇ ਪ੍ਰਚਾਰਕ ਗੁਰਦੁਆਰਾ ਸੁਧਾਰ ਲਹਿਰ ਦਾ ਇਤਿਹਾਸ ਸੁਣਵਾ ਰਹੇ ਸਨ ਕਿ ਗੁਰਦੁਆਰਿਆਂ ਦੇ ਵਿੱਚ ਜੋ ਮਨਮਤੀ ਹੋ ਰਹੀ ਸੀ, ਜੋ ਉੱਥੇ ਕੁਰੈਤਾਂ ਹੋ ਰਹੀਆਂ ਸਨ, ਜੋ ਬਦਚਲਣੀਆਂ ਹੋ ਰਹੀਆਂ ਸਨ,
जो नाच कराए जाते सन, शराबों के लोर चलते सन, उन्होंने खात्मे वास्ते सिंघां ने बड़ियां वड्डियां कुर्बानियां कीतियां। लक्ष्मण सिंह जी धारोवाली की गल चल रही सी कि ननकाना साहब का साका किद्दां वरतिया, और वो दस रहे सन कि जो श्री अकाल तख्त साहब के उत्ते आजाद कराया श्री अकाल तख्त साहब, उस वेले रमदासी सिख जो कड़ाह प्रसाद की देग बना के लियाए तो उन्होंने देग प्रवान ना की, उस वेले फिर सिखा ने रोह विच आके अरदासा सुधिया तो फिर अरदास करके वो कड़ाह प्रसाद की देग बनी। इहो जिहियां मनमतियां हुंदियां सर, इसका गुरमत का कहान हुंदा सी। खैर श्री अकाल तख्त साहब याद करा लिया, श्री हरमंदर साहब याद करा लिया, फिर तरनतारन साहब के गुरुद्वारे के साका वरत गया। भाई हजारा सिंह जी, भाई हुकम सिंह हाकम सिंह जी उत्थे शहीद हो गए। उत्थे ही लक्ष्मण सिंह जी धारोवाली के साथियों ने अरदास कर दी कि वो ननकाना साहब को याद करवाना। किस तरह जथे पहुंचे, किस तरह अंदर का हालात की बने कि जो उन्होंने जाके, क्योंकि मैं लंबा इतिहास नहीं करना, शॉर्ट में तुम दसना चाहनी। जो सिंह एंटर करते हैं, दरवाजे बंद कर ले, तो जो उत्थे दा महंत सी नरैणू, उन्हें अपने गुंडियां दे नाल हमला बोल दिता, गोलियां चला दित्तियां, बरछे चला दिते, तलवारां चला दित्तियां। ते जब भाई लक्ष्मण सिंह जी गुरु ग्रंथ साहिब की ताबे ते बैठा होया सी, उन्हें जाके जब गोली बजी तो लहू लुहान हो गया। उन्हें गुरु ग्रंथ साहब को जफ्फा मार लिया कि मेरे गोली लग गई है, कितने मेरे गुरु की हिक विच ना लग जाए, लहू लुहान हो गया। इस तरह उत्थे बहुत बड़े कट वड हुई। जिउंदे सिखां नूं उन्होंने कोई दे हाथ कट के, बाहां कट के, लत्तां कट के वखरे वखरे पुरजे कर दिते। इतिहास इनकंप्लीट होएगा जब मैं एक छोटे शहीद की गल ना दसांगी। छोटा जिहा 8 साल का दरबारा सिंह, जो पिंड जिहड़ा कि लुधियाने के कोल जरग है, केर सिंह का सपुत्र सी, वो भी अपने बापू के नाल जिद करके गया सी भी मैं भी शहीद हो जाना है। दादी ने बड़े प्यार करके भेजा। उस वेले उन्होंने सिखा ने किया बारी में बंद कर दिता, कुंडी लाती भी तू इत्थे बचिया रहेगा। लेकिन जिस वेले गुंडे अंदर देखा सारे कट वट हो गई, तो लाशा कट्ठियां कर रहे, खून खून होया पिया हाल, तो विचों बारी दे विचों चीकां मारियां, आवाज़ां आ रही कि मैं भी शहीद होना, बापू तू तो शहीद हो गया, मैं भी शहीद होना। जो उन्होंने चीकां सुनिया तो बारी की कुंडी खोली है, तो 8 साल का बच्चा बाहर निकलिया, तो उन्हें उच्ची उच्ची कहना शुरू कर दिता, बापू मैं तो शहीद होने वास्ते आया सी, मैं भी शहीद होना। तो उन्होंने फड़ के जिउंदे नूं, जो बाहर वो लाशा साड़ रहे सन, तेल पा के जिउंदियां उहदे सुट दिता ते जिउंदे साड़ दिता। यह तुहाडा इतिहास। जिस इतिहास नूं तुसीं श्रोमणी गुरुद्वारा प्रबंधक कमेटी का नाम दिता, ये श्रोमणी गुरुद्वारा प्रबंधक कमेटी किते एवें नहीं घर बैठिया बन गई, 4 व्यक्तियों ने नहीं बना रही। तुहाडे बजुर्गों ने अपना खून डोलिया, अपने खून के नाल परिवारी को सिंचिया, ते अपनी सीने की मिर्च जड़ी सी और खुराक पा के इस संस्था को तैयार किया, ताकि श्रोमणी गुरुद्वारा प्रबंधक कमेटी हो जाए। यह भी मानना क्या करो कि तुहाडी इस संस्था का आज 100 साल पूरा हो गया। सारे धर्मों को देख लो, कोई धर्म नहीं जिथे कोई धार्मिक तौर पर किसी की सिर मोहर जथेबंदी होवे तो लोग आप जुड़ के मैंबर भेजते हो। तुहानूं मान होना चाहिए कि तुसी अपने मैंबर अपनी वोटां नाल जुड़ के भेजते हो, तुसी अपनी सोच का प्रगटावा करके अपने मैंबरों को सेवा में भेजते हो। और यह भी मान करया करो, तुहाडी उस संस्था के जिहड़े मैंबर बन के जाते हैं, बैठे सारे सरकार जो सारे मैंबर साहबान, ये मैंबर साहबान सब तो बड़ा वलंटियर कोई गुरु घर का जो कोई सेवा करता होएगा तो ये श्रोमणी गुरुद्वारा प्रबंधक कमेटी मैंबर साहबान। सोचो कि कितना तुहाडियां वोटां लैके जुड़ के जाते हैं, तुहाडा विश्वास लैके जाते हैं। तुहाडा विश्वास पूरा कितना करना है? एक भी मैंबर तो लैके प्रधान तक किसी को कोई तनख्वाह नहीं दी जाती, सब बिना तनख्वाह तो सेवा करते, निष्काम सेवा करते, कोई तनख्वाह नहीं होती मैंबर। बहुत सारे लोगों च पर भुलेखे होंगे भी शायद मैंबरों को उत्थे पता नहीं की भत्ते मिलते हैं, कोई तनख्वाह मिलदियां, कोई तेल मिलता, कोई गड्डी मिलती है, किसी किस्म की कोई सहूलत किसी मैंबर की झोली में नहीं पैंती। केवल तो केवल
उस महान संस्था का सन्मान जिहड़ा इहदे सिर उत्ते सजदा है। जे तुहाडे सन्मान के पात्र बनते हैं तो दिन रात मेहनत करते हैं कि किताबां की सेवा संभाल निष्काम होकर की जाए। मैं इस करके तो दसिया कि जिहड़े लोगों के भुलेखे होंदे हन वो भुलेखे संगत विचों निकलने चाहिए। बहुत सारिया गल्लां सानूं श्रोमणी कमेटी के बारे सुननियां पईयां, क्योंकि कई बारी असी दुनिया के करोड़ों लोगों की निगाह लगी होंदी है। महापुरुष साढ़े साथी साढ़े नाल सहयोग दिंदे है, संगतां कोलों प्रेर के सेवा लैके आउंदे है। ते कई कहणगे श्रोमणी कमेटी की करती है, सारे काज दे बाबा जी कर दिंदे है, महापुरुष ही कर दिंदे। ये महापुरुष भी तुहाडे सिर ते करदे है। जिहड़ी कौम ने सेवा गोरख च मत्था टेकना हुंदा है, महापुरुषां नूं नाल सहयोग दे के गुरु घर की सेवा करते, क्योंकि तुहाडियां भी सेवावां निष्काम ने, महापुरुषां दियां भी निष्काम ने। ये सारियां संगतां दी सेवावां, गुरु घर दी सेवावां, लंगर हालां दी सेवावां, दीवान हाल दी सेवावां, ये सब तुहाडे चढ़ाए हुए चढ़ावे विचों बनदे हैं। श्रोमणी गुरुद्वारा प्रबंधक कमेटी की कोई किसी किस्म की होर ग्रांट नहीं होंदी। ये केवल तुहाडा 10-10 रुपया 50-100 टेकिया होया मत्था जिहड़ा है गोलक विचों वो लंगरां च भी लगता है, बिल्डिंगां च भी लगता है, प्रबंध विच भी लगता है। ये तुहाडा ही सब कुछ है, कितों कोई पैसा नहीं आता, कोई ग्रांट नहीं होंदी, कोई सरकारां दी ग्रांट नहीं होंदी। ये सारा तुहाडा कीता होया दान पुण्य जिहड़ा है वो बड़ी संजीदगी नाल वरतिया जांदा है। साध संगत जी तुसीं एक फखर नाल कह सकदे हो, इक्को संस्था जिहदा 1-1 रुपया जिहड़ा ऑडिटेबल भी है, काउंटेबल भी है, और केवल श्रोमणी कमेटी के ऑडिटर नहीं, सरकार के ऑडिटर भी इसके ऑडिट करते हैं। कोई पैसा तुहाडा टेकिया होया मत्था फजूल नहीं दिता जा सकता। कई बार लोगों के भुलेखे होंदे है भी जी तुसीं उस गुरुद्वारे वास्ते सेवा दे दो, उस गुरुद्वारे सेवा वास्ते दे दो। वड्डियां सेवावां मैडिकल कॉलेज, इंजीनियर कॉलेज, डेंटल कॉलेज जां तुहाडे हस्पताल, ये सारा कुछ इस संबंध विचों कट के असीं सेवा करते हैं। एक गुरुद्वारे साहब की सेवा केवल 25% जिहड़ा है वो जाना होंदा श्रोमणी कमेटी को। बाकी सारी सेवा जिहड़ी है ये तुहाडे गुरुद्वारे उत्ते लगदी है, इत्थों दे खर्चा ते लगदी है, इत्थों लंगरां ते लगदी है, इत्थों दी सेवा संभाल लगदी है। सो मैं आप जी नूं बेनती करनी चाहुंदी है कि गुरु प्यारिओ संस्था तुहाडी है। बहुत सारे लोग इन संस्थाओं को ढाह लाने वास्ते लगे हैं। ये संस्था खत्म हो जाए, लेकिन एक आधा और सुचेत हो जाए कि संस्थावां को ढाह नहीं ला सकता, क्योंकि साडे बजुर्गों के खून विचों निकली है, ये उन्होंने सीने की मिर्च विचों निकली है। इसनों कोई ना खत्म कर सकता ना इसनों कोई नीवा कर सकता। इसका इतिहास दुनिया में उच्चा है, इस गल का मैनूं माण है। सब तो पहला कल वुमेन डे दुनिया च मनाया जाना है, खुशी होके क्या करो। साडा इतिहास गुरु नानक साहब के फलसफे नूं पालदा है। धन गुरु नानक साहब जी ने जे औरत नूं वडियाई दित्ती सी, सो क्यों मंदा आखीए जित जन्ना राजान। सब तो पहला किसी ने औरत नूं जे वोट का अधिकार दिता सी, श्रोमणी गुरुद्वारा प्रबंधक कमेटी ने दिता सी, फिर संसार दी सरकारां ने दिता। सब तो पहला अधिकार किसी औरत नूं श्रोमणी गुरुद्वारा प्रबंधक कमेटी विच वोटर बनने का अधिकार दिता सी, श्रोमणी कमेटी ने दिता सी। फिर अज रिजर्वेशन मंगते हैं, सब तो पहला जे किसी ने औरतों को मैंबर बनने का अधिकार दिता तो श्रोमणी गुरुद्वारा प्रबंधक कमेटी ने दिता। यह भी इतिहास गवाह है। सारे धर्मों को देख लो, किसी धर्म का कोई मुखी औरत नहीं कदी हुई, औरत नहीं कदी हुई, लेकिन तुहानू मान होना चाहिए। मैं बीबियां भैनों को बेनती करांगी कि गुरु नानक ने तुहानू गोच बिठाया तो श्रोमणी गुरुद्वारा प्रबंधक कमेटी के इतिहास ने तुहाडी सेवादार नूं चौथी बार उस महान संस्था की मुख्य सेवादार बना के बहुत बड़े मान बख्शे। सारियां वडियाइयां सिख धर्म दियां, सिख कौम दियां, महान पंथ दियां ते पंथ दियां वडियाइयां नूं कदी औरत नहीं भुला सकदी, कदी तुसीं गुरु नानक दे दित्ते फलसफे नूं भुला सकदे। मैं तुहानूं केवल बधाई देनी है। समा मैं बहुता ना लवां, क्योंकि जिहड़ा अज दा समा वो बहुत ही महत्वपूर्ण है तुहाडे वास्ते। गुरु के लंगरां दे हाल बने हैं, आने वाले सरोवर बनने हैं, बाकी प्रबंध किए जाने हैं। बाबा जी की सेहत की तंदुरुस्ती भी मंगते सच्चे पातशाह बाबा जगतार सिंह जी को इस तरह सेहत की तंदुरुस्ती देन ते पंथ की इस तरह चढ़ती कला सेवा करते रह सकन। महापुरखों का धन्यवाद। मानयोग बाबा गुरमीत सिंह जी जोड़े हमेशा ही मिठ बोलने, बहुत सहज विच रहने वाले शख्सियत हैं, बड़ा सत्कार देंगे हैं। मैं तो आप इन्हें 3-4 महीने उत्थे रह के सुल्तानपुर लोधी
ਇੱਕ ਇੱਕ ਜਿਹੜੀ ਸੀ ਇਹਨਾਂ ਦੇ ਹੱਥਾਂ ਨਾਲ ਲੱਗੀ, ਉਹ ਮੈਂ ਇਹਨਾਂ ਦੇ ਹੱਥਾਂ ਨਾਲ ਸੇਵਾ ਕਰਦੇ ਨੂੰ ਆਪ ਦੇਖਿਆ। ਬਹੁਤ ਧੰਨਵਾਦ ਜੀ, ਬਹੁਤ ਵਧਾਈ ਇਲਾਕੇ ਵਾਲਿਆਂ ਨੂੰ, ਮਾਨਯੋਗ ਮੈਂਬਰ ਸਾਹਿਬਾਨ, ਐਗਜ਼ੈਕਟਿਵ ਮੈਂਬਰ ਸਾਡੇ ਮਸਾਣਾ ਸਾਹਿਬ ਜੀ, ਸਾਰੇ ਸਤਿਕਾਰਯੋਗ ਸ਼ਖਸੀਅਤਾਂ ਪੰਥ ਦੀਆਂ ਸਭਨਾਂ ਦਾ, ਕਿਉਂਕਿ ਲੰਬੀ ਲਾਈਨ ਹੈ, ਮੈਂ ਨਾਂ ਨਾ ਲਵਾਂ, ਭੁੱਲਾ ਚੁੱਕੇ ਦੀ ਮਾਫੀ ਦਿਓ, ਫਿਰ ਨਾਂ ਰਹਿ ਜਾਏਗਾ, ਫਿਰ ਤੁਸੀਂ ਕਹੋਗੇ ਸਾਰਾ ਹੀ ਗੁਲਦਸਤਾ ਜੋ ਪੰਥ ਦਾ ਖੜਿਆ ਹੋਇਆ ਹੈ, ਸਾਰੀ ਕੌਮ ਜੋ ਇੱਥੇ ਵਿਰਾਜਮਾਨ ਹੈ, ਸਭਨਾਂ ਨੂੰ ਬਹੁਤ ਬਹੁਤ ਵਧਾਈ ਜੀ। ਆਓ 16, 17, 18 ਤਰੀਕ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਬੜੀ ਸ਼ਾਨ ਨਾਲ ਮਨਾਇਆ ਜਾ ਰਿਹਾ ਹੈ। 24, 25, 26, 27, 28 ਨੂੰ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਤਖਤ ਤੇ ਮਨਾਇਆ ਜਾ ਰਿਹਾ ਹੈ। 10, 11, 12, 13 ਨੂੰ ਤਲਵੰਡੀ ਸਾਬੋ ਤਖਤ ਤੇ ਮਨਾਇਆ ਜਾ ਰਿਹਾ ਹੈ। ਧੰਨ ਸਾਹਿਬ ਵਿੱਚ ਜੋ ਵੱਡਾ ਸਮਾਗਮ ਕੀਤੇ ਜਾਣੇ ਹੈ। ਪਟਨਾ ਸਾਹਿਬ 'ਚ, ਦਿੱਲੀ 'ਚ, ਤੁਹਾਡੇ ਹਰਿਆਣੇ 'ਚ ਹੁੰਦੇ ਨਗਰ ਕੀਰਤਨ ਲੱਗ ਜਾਣੇ, ਹੋਰ ਬੜੀਆਂ ਥਾਵਾਂ, ਕਾਨਪੁਰ ਵਰਗੀਆਂ ਥਾਵਾਂ, ਜਾਂ ਮਹਾਰਾਸ਼ਟਰ ਦੇ ਵਿੱਚ ਜਾਂ ਬੰਗਲਾਦੇਸ਼ ਦੇ ਵਿੱਚ ਬਹੁਤ ਵੱਡੀਆਂ ਸੇਵਾਵਾਂ ਜਿਹੜੀਆਂ ਕੀਤੀਆਂ ਜਾਣੀਆਂ। ਉੱਥੇ 1 ਮਈ ਨੂੰ ਅੰਮ੍ਰਿਤਸਰ ਵਿਖੇ ਬਹੁਤ ਵੱਡਾ ਸਮਾਗਮ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਨੂੰ ਸਮਰਪਿਤ ਹੋ ਕੇ 400 ਸਾਲਾ ਮਨਾਇਆ ਜਾਣਾ। ਹੋਮ ਹਮਾ ਕੇ ਪੁੱਜੋ ਸਾਰੀਆਂ ਸੰਗਤਾਂ, ਗੁਰੂ ਪਾਤਸ਼ਾਹ ਸ਼ੁਕਰਾਨਾ ਕਰੋ, ਖੁਸ਼ੀਆਂ ਪ੍ਰਾਪਤ ਕਰੋ, ਭੁੱਲਾਂ ਦੀ ਮਾਫੀ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਤਿਕਾਰਯੋਗ ਬੀਬੀ ਜਗੀਰ ਕੌਰ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੁਣ ਮੈਂ ਸਨਿਮਰ ਬੇਨਤੀ ਕਰਾਂਗਾ ਵੀ ਸਾਡੇ ਇਸ ਸਥਾਨ ਵੱਲੋਂ ਬੀਬੀ ਜਗੀਰ ਕੌਰ ਜੀ ਦਾ ਸਰਕਾਰ ਦੀ ਬਖਸ਼ਿਸ਼ ਨਾਲ ਸਨਮਾਨ ਕੀਤਾ ਜਾਣਾ ਹੈ। ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਭਜਨ ਸਿੰਘ ਜੀ ਮਸਾਣਾ, ਐਗਜ਼ੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੇ ਨਾਲ ਹੀ ਗੁਰਦੀਪ ਸਿੰਘ ਜੀ ਭਾਨੂਖੇੜੀ, ਸਰਦਾਰ ਹਰਪਾਲ ਸਿੰਘ ਜੀ ਪਾਲੀ, ਅਮਰੀਕ ਸਿੰਘ ਜੀ ਜਨੇਤਪੁਰ, ਜਸਮੇਰ ਸਿੰਘ ਜੀ ਲਾਚੜੋ, ਵੱਡੇ ਵੀਰ ਗੁਰਜੋਤ ਸਿੰਘ ਜੀ ਨਦਰ, ਕਮਲਜੀਤ ਸਿੰਘ ਜੀ ਜਰਾਣਾ, ਚਰਨਜੀਤ ਸਿੰਘ ਜੀ ਪੱਤਰ, ਸਾਰੇ ਮਿਲ ਕਰਕੇ ਨਾਲ ਹੀ ਬਾਬਾ ਗੁਰਮੀਤ ਸਿੰਘ ਜੀ ਨੂੰ ਬੇਨਤੀ ਕਰਾਂਗੇ ਵੀ ਪ੍ਰਧਾਨ ਜੀ ਦੇ ਸਨਮਾਨ ਵਾਸਤੇ ਲਾਇਆ ਜਾ ਕੇ ਕਿਰਪਾਲਤਾ ਕਰੋ। ਜਿਹਨਾਂ ਸੇਵਾ ਕੀਤੀ ਉਹਨਾਂ ਦਾ ਸਨਮਾਨ ਕਰੋ, ਕਰਾ ਦਿਓ ਬਾਬਾ ਜੀ। ਸਭ ਤੋਂ ਪਹਿਲਾਂ ਬੇਨਤੀ ਕਰਾਂਗੇ ਬਾਬਾ ਗੁਰਮੀਤ ਸਿੰਘ ਜੀ, ਬੀਬੀ ਜਗੀਰ ਕੌਰ ਜੀ, ਬਾਬਾ ਜੀ ਦਾ ਸਨਮਾਨ। ਸਤਿਕਾਰਯੋਗ ਬਾਬਾ ਗੁਰਮੀਤ ਸਿੰਘ ਜੀ ਨੂੰ ਵੀ ਗੁਰੂ ਘਰ ਵੱਲੋਂ ਸਰਕਾਰ ਦੀ ਬਖਸ਼ਿਸ਼ ਪ੍ਰਧਾਨ ਜੀ ਵੱਲੋਂ ਦਿੱਤੀ ਜਾਵੇਗੀ। ਬਾਬਾ ਕਿਰਪਾਲ ਸਿੰਘ ਜੀ, ਬਾਬਾ ਕਿਰਪਾਲ ਸਿੰਘ ਜੀ, ਬਾਬਾ ਜਸਵੀਰ ਸਿੰਘ ਜੀ, ਬਾਬਾ ਝਰਨੇ ਸਿੰਘ ਜੀ, ਬਾਬਾ ਜੋਗਾ ਸਿੰਘ ਜੀ, ਬਾਬਾ ਸੁੱਖਾ ਸਿੰਘ ਜੀ, ਬਾਬਾ ਬਲਵੰਤ ਸਿੰਘ ਜੀ, ਬਾਬਾ ਗੁਰਵੀਰ ਸਿੰਘ ਜੀ, ਬਾਬਾ ਹਰਦੇਵ ਸਿੰਘ ਜੀ, ਬਾਬਾ ਜਗਦੀਪ ਜਗਦੇਵ ਸਿੰਘ ਜੀ, ਬਾਬਾ ਜਗਦੀਪ ਸਿੰਘ ਜੀ, ਬੋਲੇ ਸੋਨਿਹਾ, ਬਾਬਾ ਸੁੱਖਾ ਸਿੰਘ ਜੀ, ਬਾਬਾ ਬਲਵੰਤ ਸਿੰਘ ਜੀ, ਬਾਬਾ ਜਗਦੀਪ ਸਿੰਘ ਜੀ, ਬਾਬਾ ਹਰਦੇਵ ਸਿੰਘ ਜੀ, ਬਾਬਾ ਜਗਦੀਪ ਸਿੰਘ ਜੀ, ਬੋਲੇ ਸੋਨਿਹਾ, ਬੋਲੇ ਸੋਨਿਹਾ, ਬੋਲੇ ਸੋਨਿਹਾ, ਬੋਲੇ ਸੋਨਿਹਾ। ਅਸੀਂ ਹੁਣ ਬੇਨਤੀ ਕਰਾਂਗੇ ਸਰਦਾਰ ਹਰਭਜਨ ਸਿੰਘ ਜੀ ਮਸਾਣਾ, ਐਗਜ਼ੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੇ ਨਾਲ ਸਰਦਾਰ ਜਸਵੀਰ ਸਿੰਘ ਜੀ ਲਾਚੜੂ ਜੀ ਦਾ ਸਨਮਾਨ ਕੀਤਾ ਜਾਵੇਗਾ। ਮੇਰਾ ਹੋ ਗਿਆ, ਹੋ ਗਿਆ ਮੇਰਾ, ਹੋ ਗਿਆ ਮੇਰਾ। ਸਰਦਾਰ ਜਸਵੀਰ ਸਿੰਘ ਜੀ ਲਾਚੜੂ, ਸਰਦਾਰ ਗੁਰਦੀਪ ਸਿੰਘ ਜੀ ਭਾਨੂਖੇੜੀ, ਸਰਦਾਰ ਹਰਪਾਲ ਸਿੰਘ ਜੀ ਮਸ਼ੋਗਾ, ਸਰਦਾਰ ਅਮਰੀਕ ਸਿੰਘ ਜੀ ਜਨੇਤਪੁਰ, ਵੀਰ ਗੁਰਜੋਤ ਸਿੰਘ ਜੀ ਨਗਰ, ਕਮਲਜੀਤ ਸਿੰਘ ਜੀ ਅਜਰਾਣਾ, ਬਹੁਤ ਵੱਡੀਆਂ ਸੇਵਾਵਾਂ ਨੇ
ਕਾਰਜ ਦੇ ਵਿੱਚ ਨਿਭਾ ਰਹੇ ਹਨ ਉਹਨਾਂ ਨੂੰ ਵੀ ਬੇਨਤੀ ਹੈ ਸਨਮਾਨ ਲੈਣ ਦੀ ਕਿਰਪਾਲਤਾ ਕਰਨ। ਚਰਨਜੀਤ ਸਿੰਘ ਜੀ ਟੱਕਰ ਉਹਨਾਂ ਦੇ ਨਾਲ ਹੀ ਸਰਦਾਰ ਬਲਜਿੰਦਰ ਸਿੰਘ ਜੀ ਚੜਿਆਲਾ, ਨਵਦੀਪ ਸਿੰਘ ਜੀ ਕੋਹਲੀ, ਅਮਰੀਕ ਸਿੰਘ ਜੀ ਬਰਨਾਲਾ, सरदार परमजीत सिंह जी इंचार्ज साबा ऑफिस, सरदार जरनैल सिंह जी बड़ौला प्रधान गुरुद्वारा श्री मरदे साहब, सरदार अमरजीत सिंह जी मोदी, सरदार बलजिंदर सिंह जी चढ़ियाला ਜਿਹੜੇ ਕਿ ਦਿੱਲੀ ਦੇ ਅੰਦਰ ਵੱਡੀਆਂ ਸੇਵਾਵਾਂ ਨਿਭਾ ਰਹੇ ਹਨ, ਮਾਸਟਰ ਮਹਿੰਦਰ ਸਿੰਘ ਜੀ, ਉਹਨਾਂ ਦੇ ਨਾਲ ਹੀ ਸਰਦਾਰ ਮਲਕੀਤ ਸਿੰਘ ਜੀ, सरदार अजीत सिंह जी, सरदार जय सिंह जी, सरदार सुखबीर सिंह जी पीए साहब, जगमीत सिंह जी जोश, 3 महीने हो गए लगातार रोज सरदार जुझार सिंह शाहपुर, सरदार प्रधान गुरुद्वारा श्री गेसर साहब, बोले सोनिहाल, सरदार जरनैल सिंह जी बड़ौला प्रधान गुरुद्वारा श्री मरदे साहब, सरदार विंदर सिंह जी सोनू, सरदार सुखबीर सिंह जी मानी साहब, सरदार सुखबीर सिंह जी मानी साहब, सरदार जसविंदर सिंह जी भनोटिया, ਸਰੋਵਰ ਦੀ ਸੇਵਾ ਦੀ ਰਮਤਾ ਵਾਸਤੇ ਹੁਣ ਤੋਂ ਥੋੜੀ ਦੇਰ ਬਾਅਦ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ शिलान्यास तो पर्दा हटाएंगे। सो बड़ी महानता वाला है पवित्र सरोवर साहब। तो इसकी कार सेवा बाबा जगतार सिंह जी जनता साहब वाले प्राप्त होने जा रही है। सो हम तो थोड़ी देर बाद सेवा की आरंभता होएगी। सो इस सेवा की रमता जो है होने जा रही है, अरदास हो रही है। एक मिनट भी एक मिनट थोड़ी जगह दी, एक मिनट जगह दी। हाँ दो जी लो थोड़ी ਜਪਿਆ ਤਪੀ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀ ਚਲਾਈ ਤੇ ਗਵਾਹੀ ਦੇਖ ਕੇ ਅੰਡਟ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਮੰਗਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਚੜੇ ਆਰਿਆਂ ਨਾਰ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਅਗੇ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਇਹਨਾਂ ਦੀ ਕਮਾਈ ਦਾ ਧੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬਤ ਗੁਰ ਧਾਮਾਂ ਦਾ ਧੰਤਰ ਕੇ ਬੋਲੋ ਜੀ ਵਾਹਿਗੁਰੂ। ਪ੍ਰਤਮਾ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਵਾਹਿਗੁਰੂ। ਚਿਤ ਆਵੈ ਚਿਤ ਆਮਨ ਕਾ ਸਦਕਾ ਸਰਬ ਸੁਖ ਹੋਵੈ ਜਹਾ ਜਹਾ ਖਾਲਸਾ ਜੀ ਸਾਹਿਬ ਤਾਹਾ ਤਾਹਾ ਰਿਸ਼ਿਆ ਰਿਆਇਤ ਦੇਖ ਤੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਬੇਕ ਦਾਨ ਵੇ ਸਹਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨੀय स्नान चौकियाँ झंडे बुंगे जुगो जुग अटाल धर्म का जयकार बोलो जे सिखा दा मन नीवा मत उच्ची मत बधा रखा आवाई गुरु हे अकाल पुरख अपने पंथ दे सदा सहाई दतार जियो श्री ननकाना साहिब ते होर गुरुद्वारियां गुरधामां दे जिन्हां तों पंथ नूं विछोड़िया गया
ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਜੀਓ। ਆਪ ਜੀਆਂ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ ਚਰਣਾ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਆਪ ਜੀਆਂ ਦੇ ਪਾਵਨ ਅਸਥਾਨ ਤੇ ਆਪ ਜੀ ਦੇ ਸਰੋਵਰ ਦੀ ਪੌੜੀਆਂ ਦੀ ਸੇਵਾ ਤੇ ਬਰਾਂਡੇ ਦੀ ਸੇਵਾ ਆਰੰਭ ਹੋਣੀ ਹੈ। ਸਤਿਗੁਰੂ ਜੀਓ ਮਾਨਯੋਗ ਪ੍ਰਧਾਨ ਸਾਹਿਬ ਬੀਬੀ ਜਗੀਰ ਕੌਰ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਤਸ਼ਾਹ ਜੀ ਇਸ ਦਾ ਸ਼ੁਭ ਆਰੰਭ ਕਰਨ ਲੱਗੇ ਹਨ। ਸਤਿਗੁਰੂ ਜੀ ਕਿਰਪਾ ਕਰੋ, ਆਪ ਜੀ ਕਿਰਪਾ ਕਰਕੇ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਆਪ ਜੀਆਂ ਦੇ ਦਰੋਂ ਘਰੋਂ ਵਰਸਾਏ ਸੰਤ ਬਾਬਾ ਜਗਤਾਰ ਸਿੰਘ ਜੀ ਸੰਤ ਬਾਬਾ ਗੁਰਮੀਤ ਸਿੰਘ ਜੀ ਸੰਪਰਤਾ ਵੱਲੋਂ ਇਸ ਸੇਵਾ ਨੂੰ ਕੀਤਾ ਜਾਣਾ। ਆਪ ਜੀ ਨੇ ਕਿਰਪਾ ਕਰਨਾ ਆਪਣੇ ਸੇਵਕ ਸੰਤਾਂ ਸਿਰ ਤੇ ਮੇਰਾ ਭਰੇ ਹੱਥ ਰੱਖ ਕਰਕੇ ਆਪਣੇ ਅਸਥਾਨਾਂ ਦੀ ਸੇਵਾ ਕਰਾਉਣੀ, ਚੜ੍ਹਦੀਆਂ ਕਰਾਂ ਦੇ ਆਸ਼ੀਰਵਾਦ ਬਖਸ਼ਿਸ਼ ਕਰਨੇ, ਆਗਿਆ ਬਖਸ਼ਿਸ਼ ਕਰੋ। ਸੁਖ ਹੋਵੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਇੱਧਰ ਨਹੀਂ ਇੱਧਰ ਆ ਜਾਓ ਇੱਧਰ ਜਾਓ ਉਧਰ ਕਰਦਾ ਨਾ ਬੀਬੀ ਜੀ ਉਧਰ ਪਰਲੇ ਪਾਸੇ ਜਾਓ ਵਾਹਿਗੁਰੂ ਜੀ ਕੀ ਸੋ ਰਮਤਾ ਦਾ शिलान्यास जो है किया गया थे इस वक्त इस पवित्र स्थान के सरोवर के बरांडे ते पौड़ियां की सारी की सेवा जो है उसकी रमता हुई है। शिलान्यास जो है उस तो पर्दा हटाया गया। ये साइड खाली कर दो थोड़ा जब पीछे आ जाओ। रस्मी रमता जी है सरोवर दियाँ पौड़ियां दी और बरांडियां दी जो है हुई है। इस तो उपरंत लंगर हाल की जो सेवा है उसका उद्घाटन होएगा। सो लंगर हाल की जो कार सेवा मुकम्मल होने के उत्ते उसनू समर्पित किया जा रहा संतां बोलो जी वाहिगुरू एक ओंकार वाहिगुरू जी की फतेह। श्री भगवती जी सहाय वार श्री भगवती जी की पातशाही दसवीं प्रथम भगवती सुमर का गुरु नानक लईते आए फिर अंगद गुरते अमरदास रामदास हुई सहाय अर्जन हर गोबिंद नो सिमरो श्री हर राय श्री हर कृष्ण ते आईया जिस डिठे सब दुख जाए ते एक बहादुर सिमरिया घर नाओ निध्या बताए सब थाई होए सहाय। दसवें पातशाह श्री गुरु गोबिंद सिंह साहिब जी सब थाई होए सहाय। दसां पातशाहियां दी जोत श्री गुरु ग्रंथ साहिब जी के पाठ दीदार दा तंत्र के बोलो जे पंजा प्यारियां चौहां साहिब जादियां 40 मुक्तियां हठियां जपियां तपियां जिन्ना नाम जपिया वंड छकिया दिख चलाई ते गवाही
ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸੁਚੇਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਮੰਗਾਏ ਖੋਪਰੀਆਂ ਲਵਾਈਆਂ ਚਰਖੀਆਂ ਚੜੇ ਆਰਿਆ ਨਾਰ ਚਰਾਏ ਕੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰ ਧਾਮਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੈ ਚਿਤ ਆਮਨ ਕਾ ਸਦਕਾ ਸਰਬ ਸੁਖ ਹੋਵੈ ਜਹਾ ਜਹਾ ਖਾਲਸਾ ਜੀ ਸਾਹਿਬ ਤਹਾ ਤਹਾ ਰਿਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਬੇਕ ਦਾਨ ਬੇਸਾਹ ਦਾਨ ਭਰੋਸਾ ਦਾਨ ਦਾ ਨਾਮ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨੀਏ ਸਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੇ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਵਾਧਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਜੀਓ ਆਪ ਜੀਆਂ ਦੇ ਚਰਨ ਸ਼ੋਹ ਪ੍ਰਾਪਤ ਪਵਿੱਤਰ ਅਸਥਾਨ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦਾ ਓਟ ਆਸਰਾ ਲੈ ਕਰਕੇ ਸੰਤ ਬਾਬਾ ਜਗਤਾਰ ਸਿੰਘ ਜੀ ਸੰਤ ਬਾਬਾ ਗੁਰਮੀਤ ਸਿੰਘ ਜੀ ਪਾਤਸ਼ਾਹ ਸਮੂਹ ਸੰਪਰਤਾ ਵੱਲੋਂ ਆਪ ਜੀਆਂ ਦੇ ਪਾਵਨ ਅਸਥਾਨ ਤੇ ਲੰਗਰ ਹਾਲ ਅਤੇ ਰਸੋਈ ਘਰ ਬਣਾਏ ਗਏ ਹਨ। ਸਤਿਗੁਰੂ ਜੀ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਧੰਨਵਾਦ ਹੈ। ਇਸ ਪਾਤਸ਼ਾਹ ਜੀ ਅੱਜ ਉਦਘਾਟਨ ਦੀ ਰਸਮ ਅਦਾ ਕਰਨ ਵਾਸਤੇ ਸਤਿਕਾਰਯੋਗ ਮਾਨਯੋਗ ਪ੍ਰਧਾਨ ਸਾਹਿਬ ਬੀਬੀ ਜਗੀਰ ਕੌਰ ਜੀ ਵਿਸ਼ੇਸ਼ ਤੌਰ ਤੇ ਪਹੁੰਚ ਕਰਕੇ ਪਾਤਸ਼ਾਹ ਜੀ ਉਦਘਾਟਨ ਕਰ ਰਹੇ ਹਨ। ਕਿਰਪਾ ਕਰੋ ਆਪ ਜੀ ਨੇ ਆਪਣੇ ਸੇਵਕਾਂ ਤੋਂ ਸੇਵਾ ਲਈ ਹੈ। ਆਪ ਜੀ ਦਾ ਕੋਟਾਨ ਕੋਟ ਸ਼ੁਕਰ ਧੰਨਵਾਦ ਹੈ। ਕਿਰਪਾ ਕਰੋ ਆਗਿਆ ਬਖਸ਼ਿਸ਼ ਕਰੋ ਉਦਘਾਟਨ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਬਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਉਦਘਾਟਨ ਹੋ ਰਿਹਾ ਰਸਮ ਅਦਾ ਕੀਤੀ ਹੈ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਲ ਬਾਬਾ ਗੁਰਮੀਤ ਸਿੰਘ ਜੀ ਬਾਬਾ ਕਿਰਪਾਲ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਸਾਰੀਆਂ ਸਤਿਕਾਰਤ ਹਸਤੀਆਂ ਮਹਾਂਪੁਰਖਾਂ ਨੇ ਇਹ ਜੋ ਸੇਵਾ ਮੁਕੰਮਲ ਹੋਣ 'ਤੇ ਉਦਘਾਟਨ ਹੋਇਆ। ਸੋ ਅੱਜ ਪੰਜੋਖਰਾ ਸਾਹਿਬ ਵਿਖੇ ਇਹ ਵੱਡੀਆਂ ਸੇਵਾਵਾਂ ਜਿੱਥੇ ਸਮਰਪਿਤ ਹੋਈਆਂ ਸੰਗਤ ਨੂੰ ਉੱਥੇ ਨਾਲ ਹੀ ਸਰੋਵਰ ਦੀ ਜੋ ਪੌੜੀਆਂ ਦੀ ਤੇ ਬਰਾਂਡੇ ਦੀ ਸੇਵਾ ਉਸ ਦੀ ਆਰੰਭਤਾ ਹੋਈ ਹੈ। ਸੋ ਇਸ ਵੱਡੇ ਲੰਗਰ ਹਾਲ ਦੀ ਜੋ ਹੈ ਉਹ ਜਿੱਥੇ ਅੱਜ ਆਰੰਭਤਾ ਹੋਈ ਹੈ ਵੱਡੀ ਪੱਧਰ ਦੇ ਉੱਤੇ ਜੋ ਸੰਗਤਾਂ ਲੰਗਰ ਛਕਦੀਆਂ ਹੋਈਆਂ ਸੋ ਸਾਰੇ ਪਾਸੇ ਦੇ ਵਿੱਚ ਸੰਗਤਾਂ ਦੇ ਵਿੱਚ ਬੈਠ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗੀਰ ਕੌਰ ਤੇ ਹੋਰ ਮੈਂਬਰ ਸਾਹਿਬਾਨ ਪ੍ਰਸ਼ਾਦਾ ਛਕਦੇ ਹੋਏ ਆਪਾਂ ਦੇਖ ਸਕਦੇ ਹਾਂ ਪੂਰਾ ਹਾਲ ਹੈ ਇਸ ਵਕਤ ਜੋ ਭਰਿਆ ਹੋਇਆ ਸੋ ਬੜੀ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਇਸ ਸਥਾਨ 'ਤੇ ਜੁੜਦੀਆਂ ਨੇ। ਬੜਾ ਖਾਸ ਲਗਾਵ ਹੈ ਸੰਗਤਾਂ ਦਾ ਇਸ ਪਵਿੱਤਰ ਸਥਾਨ ਦੇ ਨਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਕਮਲਾਂ ਦੇ ਨਾਲ। ਸੋ ਇੱਥੇ ਆਪਾਂ ਦੇਖ ਸਕਦੇ ਹਾਂ ਕਿ ਪੂਰਾ ਹਾਲ ਸੰਗਤਾਂ ਦੇ ਨਾਲ ਭਰਿਆ ਹੋਇਆ ਤੇ ਸੰਗਤਾਂ ਲੰਗਰ ਪ੍ਰਸ਼ਾਦਾ ਛਕਦੀਆਂ ਹੋਈਆਂ। ਸੋ ਹਾਲ ਹੀ ਸੰਗਤਾਂ ਦੇ ਨਾਲ ਰਿਹਾ ਹੋਇਆ। ਸੋ ਹਰਿਆਣੇ ਦੀਆਂ ਅੰਬਾਲੇ ਦੇ ਨਜ਼ਦੀਕ ਇਹ ਪਵਿੱਤਰ
ਪਵਿੱਤਰ ਸਥਾਨ ਹੈ ਪੰਜੋਖਰਾ ਸਾਹਿਬ, ਜਿੱਥੇ ਕਿ ਪੰਜੋਖਰਾ ਸਾਹਿਬ ਵਿਖੇ ਅੱਜ ਇਸ ਲੰਗਰ ਹਾਲ ਦਾ ਰਸਮੀ ਉਦਘਾਟਨ ਹੋਇਆ। ਉਹ ਸੰਗਤਾਂ ਲੰਗਰ ਪ੍ਰਸ਼ਾਦਾ ਛਕਦੀਆਂ ਹੋਈਆਂ। ਆਪਾਂ ਇਸ 'ਤੇ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੰਨੀ ਵੱਡੀ ਸੇਵਾ ਹੈ ਜਿਹੜੀ ਉਸ ਦੀ ਇੱਥੇ ਆਰੰਭਤਾ ਹੋਈ ਹੈ, ਜਿਹੜੀ ਕਿ ਬੜੀ ਜ਼ਰੂਰੀ ਸੀ ਇੱਥੇ। ਸੋ ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਦਾ ਜੋ ਉਦਘਾਟਨ ਹੈ ਉਹ ਹੁਣੇ ਥੋੜ੍ਹੀ ਦੇਰ ਪਹਿਲਾਂ ਹੋਇਆ। ਸੋ ਬਾਬਾ ਜੀ ਹੋਰਾਂ ਪਾਸੋਂ ਕੁਝ ਬਚਨ ਸਰਵਣ ਕਰਦੇ ਹਾਂ। ਬਾਬਾ ਜੀ ਪਹਿਲਾਂ ਆਪ ਜੀ ਕੁਝ ਬਚਨ ਸਰਵਣ ਕਰਵਾਉਂਦੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੇ ਸਾਧ ਸੰਗਤ ਜੀਓ, ਜੋ ਕਿ ਅੱਜ ਕਿ ਗੁਰਦੁਆਰਾ ਪੰਜੋਖਰਾ ਸਾਹਿਬ ਮਹਾਰਾਜ 8ਵੇਂ ਪਾਤਸ਼ਾਹ ਜੀ ਦੇ ਅਸਥਾਨ 'ਤੇ ਲੰਗਰ ਹਾਲ ਦਾ ਕਿ ਜੋ ਕਿ ਪਿਛਲੇ ਕੁਝ ਸਮੇਂ ਤੋਂ ਸੇਵਾ ਸ਼ੁਰੂ ਸੀ, ਕਿ ਜੋ ਕਿ ਅੱਜ ਸੇਵਾ ਪੂਰਨ ਹੋਣ ਕਰਕੇ ਸੰਗਤਾਂ ਨੂੰ ਕਿ ਸੌਂਪਿਆ ਕਿ ਜੋ ਕਿ ਸੰਗਤਾਂ ਲੰਗਰ ਛਕ ਰਹੀਆਂ ਨੇ। ਕਿ ਲੰਗਰ ਹਾਲ ਦੇ ਵਿੱਚ ਇਹ ਕਾਰ ਸੇਵਾ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲਿਆਂ ਦੀ ਰਹਿਨੁਮਾਈ ਹੇਠ ਕਿ ਸਾਰੇ ਪੰਥ ਸਾਰੇ ਜਥੇਬੰਦੀ ਵੱਲੋਂ ਇਹ ਸੇਵਾਵਾਂ ਚੱਲ ਰਹੀਆਂ ਨੇ, ਜੋ ਕਿ ਅੱਜ ਇਸੇ ਦੇ ਨਾਲ ਹੀ ਕਿ ਸ੍ਰੀ ਸਰੋਵਰ ਸਾਹਿਬ ਜਿਹੜਾ ਹੈ ਕਿ ਉਹਦੀ ਸੇਵਾ ਸ਼ੁਰੂ ਹੋਈ ਹੈ, ਕਿ ਜੋ ਕਿ ਕਾਫੀ ਬਰਾਂਡਾ ਵੀ ਪੌੜ ਵੀ ਸਾਰੇ ਖਸਤਾ ਨੇ, ਅਤੇ ਜਿਹਦੇ ਕਰਕੇ ਉਹ ਵੀ ਸੇਵਾ ਜਿਹੜੀ ਅੱਜ ਆਰੰਭ ਹੋਈ ਹੈ। ਸੋ ਇਹ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਕਿ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲਿਆਂ ਵੱਲੋਂ ਇਹ ਸੇਵਾਵਾਂ ਜਿਹੜੀਆਂ ਪਿਛਲੇ ਸਮੇਂ ਤੋਂ ਚੱਲ ਰਹੀਆਂ ਅਗਾਂਹ ਵਧਾਉਣ ਵਾਸਤੇ ਕਿ ਸਰੋਵਰਾਂ ਦੀ ਸੇਵਾ ਅਤੇ ਹੋਰ ਵੀ ਸੇਵਾਵਾਂ ਜਿਹੜੀਆਂ ਨੇ ਆਰੰਭ ਹੋਈਆਂ ਨੇ। ਸਾਰੀਆਂ ਸੰਗਤਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਕਿ ਜਿਹੜੀਆਂ ਸਹਿਯੋਗ ਦੇ ਰਹੀਆਂ ਨੇ ਅਤੇ ਜਿਹੜੀਆਂ ਦਿੰਦੀਆਂ ਰਹਿਣਗੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੋਗਾ ਸਿੰਘ ਜੀ ਆਪ ਜੀ ਵੀ ਕੋਈ ਬਚਨ ਸੰਗਤਾਂ ਨਾਲ ਇਸ ਮੌਕੇ ਤੇ ਸਾਂਝਾ ਕਰਦੇ ਜੀ। ਵਾਹਿਗੁਰੂ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਸਫਲ ਹੈ ਉਹਦੀ ਸੇਵਾ ਜਿਨ੍ਹਾਂ ਦੇ ਕਰਮਾਂ 'ਚ ਭਾਗਾਂ 'ਚ ਸੇਵਾ ਹੈ, ਤੇ ਉਹ ਧੰਨਵਾਦ ਉਹਨਾਂ ਦਾ ਸਾਰਿਆਂ ਦਾ ਹੀ ਜਿਨ੍ਹਾਂ ਨੇ ਤਗੜਿਆਂ ਹੋ ਕੇ ਪਿਛਲਾ ਸਹਿਯੋਗ ਦਿੱਤਾ। ਬਾਬਾ ਜੀ ਨੇ ਜਿਸ ਤਰ੍ਹਾਂ ਦੱਸਿਆ ਲੰਗਰ ਹਾਲਾਂ ਦੀ ਸੇਵਾ ਸਾਰੀਆਂ, ਹੁਣ ਸਰੋਵਰ ਦੀ ਸੇਵਾ ਸ਼ੁਰੂ ਹੋਣੀ ਹੈ, ਉਹਦੇ ਵਿੱਚ ਵੀ ਵੱਧ ਚੜ੍ਹ ਕੇ ਸਹਿਯੋਗ ਦਿਓ ਤਾਂ ਕਿ ਸਹਿਯੋਗ ਸੰਗਤ ਦੇ ਸਹਿਯੋਗ ਨਾਲ ਇਹ ਹੁੰਦਾ ਹੈ। ਇਕੱਲੇ ਬਾਬਾ ਜੀ ਵੀ ਕੁਛ ਨਹੀਂ ਕਰਦੇ, ਇਕੱਲੀ ਸ਼੍ਰੋਮਣੀ ਕਮੇਟੀ ਵੀ ਕੁਛ ਕਰਦੀ, ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਕੰਮ ਹੋਣਾ ਹੈ। ਮੈਂ ਇੰਨੀਆਂ ਬੇਨਤੀਆਂ ਕਰਦਾ ਸਾਰਿਆਂ ਨੂੰ ਹੱਥ ਜੋੜ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੇ ਇਸ ਇਤਿਹਾਸਕ ਦਿਹਾੜੇ ਮੌਕੇ ਸੇਵਾਵਾਂ ਦੀ ਜਿੱਥੇ ਆਪਾਂ ਆਰੰਭਤਾ ਦੀ ਅਰਦਾਸ ਸਰਵਣ ਕੀਤੀ ਹੈ, ਉੱਥੇ ਨਾਲ ਹੀ ਨਾਲ ਜਿਹੜੇ ਲੰਗਰ ਹਾਲ ਹੈ ਅੱਜ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।